ਹਾਲੇਲੂਇਆ। ਪਰਦਾ ਕਰ ਦਈਏ ਇਸ ਤਰੀਕੇ ਨਾਲ। ਜੈ ਮਸੀਹ ਦੀ ਸਾਰਿਆਂ ਨੂੰ। ਪ੍ਰਭੂ ਯੀਸ਼ੂ ਦਾ ਬਹੁਤ ਬਹੁਤ ਧੰਨਵਾਦ। ਪ੍ਰਭੂ ਦੇ ਦਾਸ ਦਾ ਧੰਨਵਾਦ ਜਿਹੜਾ ਸਾਨੂੰ ਰਸਤੇ ਦਿਖਾਲਦਾ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੈਂ 3 ਵਾਰੀ ਇੱਥੇ ਜਿੱਦਾਂ ਕੁਛ ਮੈਨੂੰ ਹੁੰਦਾ ਸੀ, ਮੈਨੂੰ ਨਹੀਂ ਪਤਾ ਸੀਗਾ ਵੀ ਮੈਨੂੰ ਕੀ ਹੁੰਦਾ ਆ ਚਰਚ ਦੇ ਵਿੱਚ। ਪਾਸਟਰ ਜੀ ਇਹੀ ਗੱਲ ਮੈਨੂੰ ਬਾਰ-ਬਾਰ ਕਹਿੰਦੇ ਸੀਗੇ ਜਿਸ ਵੇਲੇ ਮੈਂ ਇਹਨਾਂ ਨੂੰ ਕਹਿੰਦੀ ਸੀਗੀ ਵੀ ਮੈਨੂੰ ਨਹੀਂ ਪਤਾ ਮੈਨੂੰ ਇੱਥੇ ਆ ਕੇ ਕੀ ਹੁੰਦਾ ਹੈ। ਕਹਿੰਦੇ ਸੀ ਆਪਣੇ ਆਪ ਨੂੰ ਸੰਭਾਲੋ। ਜਿਸ ਵੇਲੇ ਮੈਂ ਇੱਥੇ ਸਾਰੀ ਗਰਾਜ ਫੋਲੀ, ਕਿਸੇ ਕੋਲੋਂ ਜਿੰਦਾ ਤੜਵਾਇਆ, ਕੁਛ ਨਹੀਂ ਨਿਕਲਿਆ। ਜਿਸ ਵੇਲੇ ਮੈਂ ਇੰਡੀਆ ਗਈ, ਮੇਰਾ ਮੁੰਡਾ ਜਿਹਦਾ 2.5 ਸਾਲ ਦਾ ਸੀਗਾ, ਉਹਨੂੰ ਕਿਸੇ ਨੇ 500 ਦਾ ਨੋਟ ਦਿੱਤਾ ਤੇ ਉਹਨੇ ਚੁੱਲ੍ਹੇ ਵਿੱਚ ਲਾ ਦਿੱਤਾ, ਅੱਗ ਬਾਲ ਦਿੱਤੀ ਉਹਦੀ। ਉਹ ਲਾ ਦਿੰਦਾ ਸੀਗਾ, ਜਿੱਦਾਂ ਕੋਈ ਪੈਸੇ ਦਿੰਦਾ ਸੀ ਤਾਂ ਜਾਂ ਜਾਲ ਦਿੰਦਾ ਸੀ ਜਾਂ ਖਾ ਜਾਂਦਾ ਸੀਗਾ ਪੈਸੇ। ਫਿਰ ਕੱਪੜੇ ਖਾਣੇ ਉਹਨੇ ਸ਼ੁਰੂ ਕਰ ਦਿੱਤੇ। ਉਹ ਕਿਤੇ ਪੈਸੇ ਮੈਂ ਉਹਦੇ ਕੋਲੋਂ ਜਿਹੜੇ ਖਾਧੇ ਹੁੰਦੇ ਸੀ ਜਾਂ ਉਹਨੇ ਅੱਗ ਲਾਈ ਸੀ ਲੈ ਕੇ ਉਹਦੇ ਵਿੱਚ ਇੱਕ ਐਡਾ ਕੁ ਬਾਕਸ ਜਿਹਾ ਸੀਗਾ, ਉਹਦੇ ਵਿੱਚ ਪਾਉਂਦੀ ਰਹੀ ਹੈ ਨਾ। ਜਿਸ ਵੇਲੇ ਮੈਂ ਉਹ ਬਾਕਸ ਨੂੰ ਜਾ ਕੇ ਹਲਵਾਰੀ ਦੇ ਵਿੱਚ, ਥੋੜ੍ਹੇ ਕੱਪੜੇ ਖਰਾਬ ਹੋ ਗਏ ਸੀ, ਅਸੀਂ 2 ਸਾਲ ਤੋਂ ਨਹੀਂ ਗਏ ਸੀਗੇ, ਅਤੇ ਜਿਸ ਵੇਲੇ ਮੈਂ ਉਹ ਆਪਣੇ ਬਾਕਸ ਨੂੰ ਖੋਲ੍ਹਿਆ, ਉਹਦੇ ਵਿੱਚੋਂ ਕਈ ਸਿੱਕੇ ਇੱਦਾਂ ਦੇ ਨਿਕਲੇ ਜਿਹੜੇ ਬਿਲਕੁਲ ਕਾਲੇ ਫਿਰਿਓ ਸੀਗੇ ਤੇ ਕਈ ਗੱਠਾਂ ਤਵੀਤਾਂ ਦੀਆਂ, ਕਾਫੀ ਤਵੀਤ ਨਿਕਲੇ ਉਹਦੇ ਵਿੱਚੋਂ। ਜਿਸ ਵੇਲੇ ਸਾਹਿਲ ਨੂੰ ਮੈਂ ਚਰਚ ਲੈ ਕੇ ਜਾਣਾ ਸ਼ੁਰੂ ਹੋਇਆ ਤਾਂ ਸਾਹਿਲ ਨੇ ਸਾਨੂੰ ਮਾਰਨਾ ਕੁੱਟਣਾ ਜ਼ਿਆਦਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਜਦੋਂ ਮੈਨੂੰ 1 ਮਹੀਨਾ ਹੋ ਗਿਆ, ਮੈਂ ਇਹਨਾਂ ਦੇ ਨਾਲ ਗੱਲ ਕੀਤੀ ਪਾਸਟਰ ਜੀ ਨੂੰ। ਇਹ ਕਹਿੰਦੇ ਵੀ ਕੋਈ ਨਹੀਂ, ਅਸੀਂ ਤੁਹਾਨੂੰ ਪ੍ਰਾਰਥਨਾ 'ਚ ਰੱਖਾਂਗੇ, ਕੋਈ ਗੱਲ ਨਹੀਂ, ਤੁਸੀਂ ਖੁਦਾ ਤੁਹਾਡੇ 'ਤੇ ਮਿਹਰ ਕਰੂਗਾ ਨਾ। ਉਸ ਵੇਲੇ ਮੈਂ ਫਿਰ ਵੀ ਦੇਖਦੀ ਰਹੀ ਵੀ ਘਰ ਦੇ ਵਿੱਚ ਕੀ ਆ। ਇੱਕ ਦਿਨ ਮੈਂ ਸੁੱਤੀ ਪਈ ਤੇ ਸਿਸਟਰ ਪ੍ਰਿਆ ਮੇਰੇ ਸੁਪਨੇ 'ਚ ਆਈ ਤੇ ਮੈਨੂੰ ਇਹਨਾਂ ਨੇ ਕਿਹਾ ਵੀ ਤੂੰ ਆਪਣੀ ਹਲਵਾਰੀ ਦੇ ਵਿੱਚ ਜਿਹੜਾ ਬਾਕਸ ਆ ਉਹ ਖੋਲ, ਹੈ ਨਾ। ਜਿਸ ਵੇਲੇ ਮੈਂ ਸੁੱਤੀ ਉੱਠੀ ਤਾਂ ਉੱਠ ਕੇ ਮੈਂ ਕੀ ਕੀਤਾ, ਮੈਨੂੰ ਹਲਵਾਰੀ ਦੀ ਚਾਬੀ ਨਾ ਲੱਭੇ, ਉਹਦੀ ਨਹੀਂ ਬਾਕਸ ਦੀ ਚਾਬੀ ਕਈਆਂ ਸਾਲਾਂ ਤੋਂ ਗੁੰਮ ਹੋਈ ਉਹ ਸੀਗੀ। 2-2.5 ਸਾਲ ਦਾ ਸੀਗਾ, ਉਹਨੂੰ ਅਸੀਂ ਬਾਕਸ ਨੂੰ ਹੱਥੇ ਹੀ ਨਹੀਂ ਲਾਇਆ ਸੀਗਾ ਕਦੀ। ਉਹ ਹਲਵਾਰੀ ਦੇ ਇੱਕ ਸਾਈਡ 'ਤੇ 2 ਬਾਕਸ ਸੀਗੇ। ਜਿਸ ਵੇਲੇ ਮੈਂ ਉਹ ਬਾਕਸ ਖੋਲ੍ਹੇ ਤਾਂ ਉਹਦੇ ਵਿੱਚੋਂ ਕਈ ਸਿੱਕੇ ਕਾਲੇ ਫਿਰਿਓ ਅਤੇ ਕਈ ਤਵੀਤ ਜਿੱਦਾਂ ਬੰਨ ਕੇ ਧਾਗੇ ਧੂਗੇ ਤਵੀਤ, ਕਈ ਕੁਛ ਹੀ। ਉਹ ਮੈਂ ਪਾਸਟਰ ਜੀ ਸਿਸਟਰ ਦਾ ਬਹੁਤ ਧੰਨਵਾਦ। ਮੈਂ ਸਾਰੀ ਮਹਿਮਾ ਪ੍ਰਭੂ ਨੂੰ ਦਿੰਦੀ ਹਾਂ, ਇਹਨਾਂ ਦਾ ਧੰਨਵਾਦ ਕਰਦੀ ਹਾਂ। ਨਹੀਂ ਤਾਂ ਸਾਡੀ ਕੀ ਕਾਤ ਸੀ, ਅਸੀਂ ਇੱਥੇ ਖੜੇ ਹੋ ਕੇ ਗਵਾਹੀ ਦੇ ਦਈਏ। ਮੈਂ ਤਾਂ ਰੋਜ਼ ਮਰਦੀ ਸੀ, ਆਪਣੇ ਮੁੰਡੇ ਨੂੰ ਵੀ ਮਾਰਦੀ ਸੀ, ਆਪਣੇ ਪਤੀ ਨੂੰ ਵੀ ਮਾਰਦੀ ਸੀ, ਰੋਜ਼ ਮਰਦੀ ਸੀ। ਇਹ ਸਿਸਟਰ ਦਾ ਭਲਾ ਹੋਵੇ ਜਿਹੜੀ ਮੇਰੇ ਤੋਂ ਲੈ ਕੇ ਆਈ ਆ। ਮੈਂ ਸਾਰੀ ਮਹਿਮਾ ਜਲਾਲ ਪ੍ਰਭੂ ਨੂੰ ਦਿੰਦੀ ਆ। ਇਹ ਸੱਚੀ ਜੀਵੀ ਜਾਗਤ ਚਰਚ ਇੱਥੇ ਆਓ, ਕੋਈ ਨਾ ਘਰ ਚ ਬੈਠੋ। ਜੀਸਸ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਲਾਰਡ। ਹਾਲੇਲੂਇਆ, ਓ ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਲਾਰਡ, ਵੀ ਵਰਸ਼ਿਪ। ਹਾਲੇਲੂਇਆ। ਜੈ ਮਸੀਹ ਕੀ ਸਾਰਿਆਂ ਨੂੰ। ਪਰਮੇਸ਼ਰ ਦੇ ਦਾਸ ਔਰ ਦਾਸੀ ਨੂੰ ਜੈ ਮਸੀਹ ਕੀ। ਮੈਂ ਅੱਜ ਆਪਣੀ ਗਵਾਹੀ ਦੇਣ ਜਾ ਰਹੀ ਹਾਂ ਕਿ ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਡੈਂਡਰਫ ਹੋਈ ਸੀ ਅਤੇ ਮੈਂ ਇਸ ਲਈ ਕਈ ਸ਼ੈਂਪੂ ਵੀ ਯੂਜ਼ ਕੀਤੇ, ਪਰ ਉਹਨਾਂ ਦੇ ਨਾਲ ਵੀ ਕੋਈ ਫਰਕ ਨਹੀਂ ਆਇਆ। ਅਤੇ ਫਿਰ ਮੈਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਖਿਝ ਗਈ ਸੀ ਕਿ ਮੇਰੇ ਵਾਲਾਂ ਦੇ ਵਿੱਚੋਂ ਕਾਹਤੇ ਨਹੀਂ ਜਾਣ ਲਿਆ। ਅਤੇ ਜਿਹੜੇ ਪਿਛਲੀ ਸੰਡੇ ਆਪਾਂ ਕੀਤੀ ਸੀ ਆਇਲ ਮੀਟਿੰਗ, ਉਹ ਤੋਂ ਕਈ ਦਿਨ ਪਹਿਲਾਂ ਮੈਂ ਆਪਣਾ ਸਿਰ ਚੈੱਕ ਕਰ ਰਹੀ ਸੀ ਅਤੇ ਮੈਂ ਬਹੁਤ ਖਿਝ ਗਈ ਸੀ ਆਪਣੇ ਵਾਲਾਂ ਦੇ ਵਿੱਚ ਦੇਖ ਕੇ। ਬਾਅਦ 'ਚੋਂ ਜਿੱਦਣ ਆਪਾਂ ਆਇਲ ਮੀਟਿੰਗ ਕੀਤੀ, ਜਦੋਂ ਮੈਂ ਆਪਣੇ ਆਇਲ ਲਾਇਆ ਸਿਰ ਦੇ ਵਿੱਚ, ਉੱਥੋਂ ਅਗਲੇ ਦਿਨ ਜਦੋਂ ਮੈਂ ਆਪਣਾ ਸਿਰ ਚੈੱਕ ਕੀਤਾ, ਮੇਰੇ ਬਿਲਕੁਲ ਡੈਂਡਰਫ ਨਹੀਂ ਸੀ ਅਤੇ ਮੇਰਾ ਸਿਰ ਇੱਕਦਮ ਕਲੀਨ ਹੋ ਗਿਆ ਸੀ। ਹਾਲੇਲੂਇਆ। ਧੰਨਵਾਦ ਕਰਦੀ ਹਾਂ ਅਤੇ ਪਰਮੇਸ਼ਰ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ ਅਤੇ ਉਹਨਾਂ ਨੂੰ ਸਾਰਾ ਆਦਰ ਦਿੰਦੀ ਹਾਂ। ਹਾਲੇਲੂਇਆ। ਜੈ ਮਸੀਹ ਕੀ ਸਾਰਿਆਂ ਨੂੰ। ਹਾਲੇਲੂਇਆ। ਬਲੱਡ ਕੀ ਜੈ। ਹਾਲੇਲੂਇਆ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਸਾਰੀ ਕਲੀਸਿਆ ਦਾ, ਕਿ ਜਿਹੜਾ ਸਾਨੂੰ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੀ ਹਾਂ ਕਿ ਦਾਸੀ ਦਾ ਜੋ ਸਾਨੂੰ ਰੋਜ਼ ਦੁਆਵਾਂ 'ਚ ਰੱਖਦੇ ਆ, ਕਿ ਅੱਜ ਉਹਨਾਂ ਦੀ ਦੁਆ ਦੇ ਨਾਲ ਅੱਜ ਅਸੀਂ ਇੱਥੇ ਖੜੇ ਹਾਂ। ਖੁਦਾ ਦਾ ਧੰਨਵਾਦ ਕਰਦੇ ਕਿ ਸਾਨੂੰ ਪਰਮੇਸ਼ਰ ਨੇ ਇੰਨੀ ਅੱਛੀ ਚਰਚ ਦਿੱਤੀ, ਜੀਵਨ ਚਰਚ, ਜੋ ਸਿਸਟਰ ਨੇ ਅਗਵਾਈ ਦਿੱਤੀ। ਸੱਚਮੁੱਚ ਉਹ ਸਾਨੂੰ ਜਦੋਂ ਉਹਨਾਂ ਨੇ ਅਗਵਾਈ ਤੇ ਮੈਨੂੰ ਛੂਇਆ, ਕਿਉਂਕਿ ਸੱਚਮੁੱਚ ਜਿਸ ਅੰਦਰ ਪਰਮੇਸ਼ਰ ਆਤਮਾ ਵਾਸ ਕਰਦਾ, ਉਹਨੂੰ ਮਹਿਸੂਸ ਹੁੰਦਾ ਕਿ ਸੱਚਮੁੱਚ ਜੋ ਬੋਲ ਰਹੇ ਆ ਬਿਲਕੁਲ ਸਹੀ ਕਹਿ ਰਹੇ ਆ, ਕਿ ਜਿਹਨੂੰ ਮਹਿਸੂਸ ਹੋ ਰਿਹਾ ਆ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ
ਪਹਿਲਾਂ ਮੇਰੇ ਕਾਫੀ ਜਿਹੜਾ ਲੱਤਾਂ 'ਚ ਦਰਦ ਹੁੰਦੀ ਰਹੀ ਤੇ ਮੈਂ ਮਤਲਬ ਗੌਰ ਨਹੀਂ ਕਰਨੀ, ਮੈਂ ਨਾ ਛੱਡੋ ਪਰੇ ਵੀ ਹੁੰਦੀ ਰਹਿੰਦੀ ਕੋਈ ਗੱਲ ਨਹੀਂ। ਬਾਅਦ 'ਚ ਮੈਨੂੰ ਜਿੱਦਾਂ ਸਾਰਿਆਂ ਨੇ ਕਿਹਾ, ਮੇਰੇ ਬੱਚਿਆਂ ਨੇ ਕਿਹਾ, ਕਹਿੰਦੇ ਮੰਮਾ ਤੂੰ ਬਲੱਡ ਟੈਸਟ ਕਰਾ ਲਾ ਨਾ। ਜਦ ਮੈਂ ਬਲੱਡ ਟੈਸਟ ਕਰਾਇਆ ਉਹਦੇ ਵਿੱਚ ਜਿੱਦਾਂ ਮਤਲਬ ਮੇਰੀ ਕਈ ਚੀਜ਼ਾਂ ਘੱਟ ਨਿਕਲੀਆਂ ਨਾ। ਤੇ ਬਾਅਦ ਵਿੱਚ ਜਿੱਦਾਂ ਅਸੀਂ ਰੋਜ਼ ਆਪਾਂ ਪਰਮੇਸ਼ਰ ਦੇ ਘਰ ਆਉਂਦੇ ਆ ਨਾ, ਤੇ ਪਰਮੇਸ਼ਰ ਦਾ ਆਤਮਾ ਜਦੋਂ ਸਾਨੂੰ ਛੂੰਹਦਾ ਸਾਨੂੰ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿੰਦਾ ਆ। ਉਹਦੇ ਜਦੋਂ ਅਸੀਂ ਭਵਨ ਦੇ ਵਿੱਚ ਆਉਂਦੇ ਅਸੀਂ ਸੇਮ ਨਹੀਂ ਰਹਿੰਦੇ, ਅਸੀਂ ਬਹੁਤ ਕੁਝ ਲੈ ਕੇ ਜਾਂਦੇ ਪਰਮੇਸ਼ਰ ਦੇ ਘਰੋਂ। ਜੋ ਖੁਦਾ ਦੇ ਦਾਸ ਸਾਡੇ ਲਈ ਰੋਜ਼ ਦੁਆਵਾਂ ਕਰਦੇ, ਸਾਡੇ ਅੱਗੇ ਪਰਮੇਸ਼ਰ ਦੇ ਅੱਗੇ ਝੁਕਦੇ ਆ, ਅਸੀਂ ਖੁਦਾ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇੰਨੇ ਅੱਛੇ ਦਾਸ ਦਿੱਤੇ। ਤੇ ਜਦੋਂ ਵੀਰਵਾਰੀ ਮੇਰੀ ਜਿੱਦਾਂ ਰਿਪੋਰਟ ਦੇ ਵਿੱਚ ਆਇਆ ਸੀਗਾ ਕਿ ਤੁਹਾਡੀ ਥਾਇਰਾਇਡ ਦੀ ਪ੍ਰੋਬਲਮ ਲੱਗਦੀ ਆ, ਤੇ ਜਦੋਂ ਮੈਨੂੰ ਕਈਆਂ ਭੈਣਾਂ ਨੂੰ ਪੁੱਛਿਆ ਮੈਂ ਕਿਹਾ ਥਾਇਰਾਇਡ ਹੁੰਦੀ ਕੀ ਆ, ਕਦੀ ਮੈਨੇ ਸੋਚਿਆ ਹੀ ਨਹੀਂ ਵੀ ਕੀ ਹੁੰਦਾ ਹੈ, ਪਤਾ ਵੀ ਨਹੀਂ ਸੇ ਚੀਜ਼ ਦਾ। ਉਹ ਕਹਿੰਦੇ ਵੀ ਤਾਂ ਗੋਲੀ ਰੋਜ਼ ਖਾਣੀ ਪੈਂਦੀ, ਨਿਰਲੇ ਗੋਲੀ ਖਾਣੀ ਪੈਂਦੀ, ਉਹਨਾਂ ਸਰੀਰ ਕਮਜ਼ੋਰ ਹੋ ਜਾਂਦਾ ਜਾਂ ਫਲਾਵਟ ਹੋ ਜਾਂਦੀ ਆ। ਤੇ ਮੈਂ ਉਹਨੂੰ ਇਦਾਂ ਨਜ਼ਰਅੰਦਾਜ਼ ਕਰਤਾ, ਮੈਂ ਕਿਹਾ ਮੈਨੂੰ ਨਹੀਂ ਹੋ ਸਕਦੀ ਕਿਉਂਕਿ ਅਸੀਂ ਪਰਮੇਸ਼ਰ ਨਾਲ ਜੁੜੇ ਆ ਤੇ ਹੋਊਗੀ ਵੀ। ਪਰਮੇਸ਼ਰ ਦਾ ਆਤਮਾ ਜਿਹੜਾ ਅਭਿਸ਼ੇਕ ਪਰਮੇਸ਼ਰ ਸਾਡੇ ਉੱਤੇ ਆਉਂਦਾ, ਹਰ ਝੂਲਾ ਟੁੱਟਦਾ ਆ ਪਰਮੇਸ਼ਰ ਦੇ ਅਭਿਸ਼ੇਕ ਦੇ ਨਾਲ। ਤੇ ਵੀਰਵਾਰੀ ਮੇਰੀ ਜਿਹੜਾ ਇਕੋਗ੍ਰਾਫੀਆ ਹੋਈ ਗਲੇ ਦੇ ਉੱਤੇ, ਉਹਨੇ ਸਾਰੇ ਕੀਤਾ ਤੇ ਡਾਕਟਰ ਨੇ ਕਿਹਾ ਤੈਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ, ਤੂੰ ਬਿਲਕੁਲ ਠੀਕ ਆ। ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਤੇ ਮੇਰੀ ਹਾਲੇਲੂਇਆ, ਤੇ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਜੋ ਮੇਰੀ ਇਕੋਗ੍ਰਾਫੀਆ ਹੋਈ ਆ ਤੇ ਇਹ ਬਿਲਕੁਲ ਠੀਕ ਆਈ ਆ। ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਜ਼ੋਰਦਾਰ ਤਾੜੀ ਮਾਰੀਏ ਪਰਮੇਸ਼ਰ ਦੇ ਲਈ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਜੇ ਰੋਜ਼ ਕਿਸੇ ਨੇ ਗੋਲੀ ਖਾਣੀ ਹੁੰਦੀ ਹੈ ਨਾ, ਉਹਨੂੰ ਪਤਾ ਕਿੱਦਾਂ ਗੋਲੀ ਖਾਣੀ ਆ, ਉਹਨੂੰ ਕਿੰਨਾ ਔਖਾ ਲੱਗਦਾ। ਤੇ ਖੁਦਾ ਨੇ ਮੈਨੂੰ ਸ਼ਿਫਾ ਦਿੱਤੀ ਆ ਕਿ ਐਤਵਾਰ ਦੀ ਅਨਾਉਂਟਿੰਗ ਮੀਟਿੰਗ ਜੋ ਹੋਈ ਆ ਉਹਦੇ ਨਾਲ ਮੈਂ ਬਹੁਤ ਕੁਝ ਪਾਇਆ ਆ। ਉਹ ਮੈਂ ਮਹਿਸੂਸ ਕਰਦੀ ਆ ਜਾਂ ਖੁਦਾ ਜਾਣਦਾ ਜਾਂ ਮੈਂ ਜਾਣਦੀ ਕਿ ਖੁਦਾ ਕਿੱਡੇ ਵੱਡੇ ਕੰਮ ਕਰਦਾ ਸਾਡੀ ਜ਼ਿੰਦਗੀ 'ਚ। ਮੇਰਾ ਜੀਵਨ ਇੰਨਾ ਆਨੰਦਿਤ ਆ, ਮੈਂ ਕੰਮ ਤੇ ਵੀ ਜਾਂਦੀ ਆ ਨਾ, ਸਾਰੇ ਕੰਮ ਕਰਕੇ ਹਾਏ ਥੱਕ ਗਏ ਘਰ ਨੂੰ ਭੇਜ ਦੇ, ਮੈਂ ਕਹਿੰਦੀ ਮੇਰਾ ਦਿਲ ਕਿਉਂ ਨਹੀਂ ਕਹਿੰਦਾ, ਕਿਉਂਕਿ ਮੇਰੇ ਅੰਦਰ ਪਰਮੇਸ਼ਰ ਆਤਮਾ ਆ। ਹਰ ਵੇਲੇ ਅਸੀਂ ਉਹਦਾ ਡਰ ਰੱਖਦੇ ਆ, ਭੈ ਰੱਖਦੇ। ਸਾਡੇ 'ਚ ਕਈ ਕਮੀਆਂ ਪਰ ਪਰਮੇਸ਼ਰ ਜਦੋਂ ਅਸੀਂ ਉਹਦੇ ਭਵਨ ਵਿੱਚ ਆਉਂਦੇ ਆ ਸਾਨੂੰ ਉਹ ਸਾਰੀਆਂ ਕਮੀਆਂ ਸਾਡੀਆਂ ਅੰਦਰੋਂ ਕੱਢਦਾ ਹੈ, ਸਾਨੂੰ ਜੀਣਾ ਸਿਖਾਉਂਦਾ ਆ। ਮੈਂ ਖੁਦਾ ਦਾ ਧੰਨਵਾਦ ਕਰਦੀ ਆ ਕਿ ਮੈਂ ਆਪਣੇ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੀ ਆ ਕਿ ਮੈਂ ਜਿੱਦਾਂ ਮੇਰੇ ਆਤਮਾ ਨੇ ਜਦੋਂ ਮੈਂ ਪ੍ਰਾਰਥਨਾ 'ਚ ਸੀਗੀ ਤੇ ਮੈਂ ਮਤਲਬ ਪਰਮੇਸ਼ਰ ਦੇ ਆਤਮਾ ਨੂੰ ਗਵਾਹੀ ਕੀਤਾ ਕਿ ਤੇ ਤੁਸੀਂ ਗਵਾਹੀ ਦਿਓ ਕਿ ਜਿੱਦਾਂ ਖੁਦਾ ਦੇ ਦਾਸ ਸਾਡੇ ਲਈ ਕੀਤਾ, ਸਾਡੇ ਲਈ ਪ੍ਰਾਰਥਨਾ ਕਰਦੇ ਆ। 2020 ਦੇ ਵਿੱਚ ਕਰੋਨਾ ਜਦੋਂ ਸ਼ੁਰੂ ਹੋਈ ਆ, ਹੁਣ ਤਾਂ ਕਰੋਨਾ ਨੂੰ ਲੋਕੀ ਨਾਰਮਲ ਸਮਝਦੇ। ਜਿਨ੍ਹਾਂ ਦੇ ਘਰਾਂ ਦੇ ਮੈਂਬਰ ਮਰ ਗਏ ਉਹਨਾਂ ਨੂੰ ਪਤਾ ਕਿ ਕਰੋਨਾ ਕੀ ਆ, ਜਿਨ੍ਹਾਂ ਦੇ ਲਈ ਕੁਝ ਵੀ ਹੋਇਆ ਉਹ ਕਹਿੰਦੇ ਫੇਕ ਵਾ, ਹਨਾ। ਪਰ ਇਹ ਆ ਕਿ ਜਦੋਂ ਇਸ ਵੇਲੇ 2020 ਵਿੱਚ ਮੈਂ ਗਵਾਹੀ ਵੀ ਦਿੱਤੀ ਆ ਸੀ ਕਿ ਮੇਰੇ ਹਸਬੈਂਡ ਜਦੋਂ ਕਰੋਨਾ ਵਿੱਚ ਗਏ ਸੀਗੇ ਤੇ ਕੋਈ ਕਰੋਨਾ ਨਹੀਂ ਹੋਇਆ ਉਹਨਾਂ ਨੂੰ, ਪਰ ਡਾਕਟਰ ਬਾਰ-ਬਾਰ ਉਹਨਾਂ ਦੇ ਹਰ ਹੱਡੀਆਂ ਵਿੱਚੋਂ ਵੀ ਖੂਨ ਕੱਢਿਆ ਕਿ ਤੈਨੂੰ ਲੱਗਦਾ ਹੈਗਾ ਪਰ ਤੇਰਾ ਆਉਂਦਾ ਕਿਉਂ ਨਹੀਂ, ਕਿਉਂਕਿ ਪਰਮੇਸ਼ਵਰ ਦੇ ਦਾਸਾਂ ਨੇ ਜੋ ਸਾਨੂੰ ਅਨਾਉਂਟਿੰਗ ਦਿੱਤਾ ਸੀਗਾ ਉੱਥੇ ਅੰਦਰ ਜਾਣ ਨਹੀਂ ਸੀ ਦਿੰਦੇ। ਤੇ ਮੇਰੇ ਕੋਲ ਜਿਹਦਾ ਚਾਰਜਰ ਇਹਨਾਂ ਦੇ ਕੋਲ ਹੈ ਨਹੀਂ ਸੀਗਾ ਤੇ ਫੋਨ ਬੰਦ ਹੋ ਗਿਆ ਸੀਗਾ। ਅਸੀਂ ਕਿਹਾ ਵੀ ਕਿੱਦਾਂ ਜਾਣਾ, ਉਦਣੇ ਪਰਮੇਸ਼ਰ ਦਾਸ ਸਾਡੇ ਇੱਕ ਦਿਨ ਪਹਿਲਾਂ ਆਏ, ਉਸ ਤੋਂ ਬਾਅਦ ਵੀ ਮਤਲਬ ਸਾਰਾ ਕੁਝ ਇਟਲੀ ਦਾ ਮਤਲਬ ਕੋਈ ਕਿਸੇ ਦੇ ਘਰ ਨਹੀਂ ਜਾ ਸਕਦਾ, ਕਿਤੇ ਆ ਨਹੀਂ ਸੀ ਸਕਦੇ, ਜਾ ਨਹੀਂ ਸਕਦੇ, ਸਭ ਕੁਝ ਬੰਦ। ਪਰ ਸਭ ਤੋਂ ਸਾਡੇ ਪਰਮੇਸ਼ਰ ਦੇ ਘਰ ਦਾਸ ਆਏ ਤੇ ਨਾਲ ਪਰਮੇਸ਼ਰ ਦਾਸ ਆਪਣੇ ਹੈਪੀ ਬ੍ਰਦਰ ਸੁਖਵਿੰਦਰ ਬ੍ਰਦਰ ਜਦੋਂ ਆਏ ਤੇ ਮੈਂ ਇੰਨਾ ਫੀਲ ਕੀਤਾ ਕਿ ਜਿਵੇਂ ਪਰਮੇਸ਼ਰ ਦੇ ਦਾਸ ਦੇ ਨਾਲ ਪਰਮੇਸ਼ਰ ਦੇ ਸਵਰਗੀ ਦੂਤ ਆਏ ਸਾਡੇ ਘਰ। ਪਰਮੇਸ਼ਰ ਦੇ ਦਾਸਾਂ ਦਾ ਧੰਨਵਾਦ ਕਰਦੀ ਹਾਂ ਕਿ ਉਸ ਵੇਲੇ ਜਦੋਂ ਮੈਂ ਇਹਨਾਂ ਨੂੰ ਪਰਮੇਸ਼ਰ ਦੇ ਦਾਸ ਨੂੰ ਫੋਨ ਕੀਤਾ ਕਿ ਖੁਦਾ ਦੇ ਦਾਸ ਨੂੰ ਕਿਹਾ ਕਿ ਵੀ ਬ੍ਰਦਰ ਜੀ ਵੀ ਮੇਰੇ ਹਸਬੈਂਡ ਨੂੰ ਹਸਪਤਾਲ ਲੈ ਕੇ ਗਏ ਆ, ਵੀ ਇੱਦਾਂ ਦਾ ਵੀ ਜ਼ਿਆਦਾ ਪ੍ਰੋਬਲਮ ਹੋਈ ਉਹ ਆ ਵੀ ਉਹਨਾਂ ਨੇ ਦਾਖਲ ਕਰਨਾ ਆਣਾ। ਤੇ ਦਾਸਾਂ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ। ਜਦੋਂ ਉਹਨਾਂ ਨੇ ਇਹ ਕਿਹਾ ਫਿਕਰ ਨਾ ਕਰੋ, ਇਹਨਾਂ ਨੇ ਕਿਉਂਕਿ ਆਪਾਂ ਸਾਰੀ ਕਲੀਸਿਆ ਮਾਰਚ ਦੀ ਐਂਡ ਤੇ ਉੱਤੇ ਆ ਨਾ ਆਪਾਂ ਫਾਸਟਿੰਗ ਤੇ ਗਏ ਸੀਗੇ, ਜਦੋਂ ਆਪਾਂ ਉੱਧਰ ਚਰਚ ਲਾਉਂਦੇ ਸੀਗੇ ਉਦਣੇ ਖੁਦਾ ਦੇ ਦਾਸ ਵੀ ਫਾਸਟਿੰਗ ਤੋਂ 8 ਦਿਨ ਫ੍ਰੀ ਹੋਏ ਸੀਗੇ। ਉਦਣੇ ਇਹਨਾਂ ਨੇ ਘਰ ਖਾਣਾ ਅੱਛਾ ਬਹੁਤ ਬਣਾਇਆ ਸੀਗਾ ਤੇ ਇਹਨਾਂ ਨੇ ਜਿੱਦਾਂ ਮਤਲਬ ਇਹਨਾਂ ਨੇ ਜਦੋਂ ਮੈਂ ਫੋਨ ਕੀਤਾ ਤੇ ਪ੍ਰਿਆ ਸਿਸਟਰ ਨੇ ਇਹਨਾਂ ਨੇ ਖਾਣਾ ਸਾਰਾ ਕੁਝ ਰੈਡੀ ਕੀਤਾ ਸੀਗਾ ਵੀ ਇੰਨੇ ਦਿਨਾਂ ਬਾਅਦ ਹੁੰਦਾ ਹੀ ਕਿ ਹੁਣ ਅਸੀਂ ਫਾਸਟਿੰਗ ਖੋਲਣੀ, ਅਸੀਂ ਖਾਣਾ ਖਾਈਏ। ਪਰ ਪਰਮੇਸ਼ਰ ਦਾਸ ਮੈਂ ਇਹ ਗਵਾਹੀ ਤਾਂ ਦਿੱਤੀ ਆ ਕਿ ਸਾਡੇ ਦਾਸ ਆਪਣਾ ਖਾਣਾ ਵੀ ਭੁੱਲ ਜਾਂਦੇ। ਜਦੋਂ ਉਹਨਾਂ ਨੂੰ ਉਸੇ ਵੇਲੇ ਮਾਰਕੀਟ ਸ਼ਾਇਦ ਦਾਸਾਂ ਨੂੰ ਨਹੀਂ ਇਸ ਚੀਜ਼ ਦਾ ਯਾਦ, ਪਰ ਮੈਨੂੰ ਯਾਦ ਆ ਕਿ ਖੁਦਾ ਦੇ ਦਾਸ ਨੇ ਕਿਹਾ ਕਿ ਹੁਣੇ ਹੌਲੀ ਸਪਿਰਿਟ ਨੇ ਮੈਨੂੰ ਕਿਹਾ ਕਿ ਮੈਂ ਰੋਜੇ 'ਚ ਜਾਣ। ਉਸ ਦਿਨ ਮੇਰੇ ਪਤੀ ਲਈ ਪਰਮੇਸ਼ਰ ਦਾਸ ਉਸੇ ਵੇਲੇ ਫਾਸਟਿੰਗ ਤੇ ਗਏ ਕਿ ਅੱਜ ਦੇ ਉਹ ਸਾਡੇ ਲਈ ਇੰਨੀਆਂ ਮਿਹਨਤਾਂ ਕਰਦੇ ਆ ਨਾ। ਤੇ ਖੁਦਾ ਦੇ ਦਾਸ ਦਾ ਮੈਂ ਧੰਨਵਾਦ ਕਰਦੀ। ਪਰਮੇਸ਼ਰ ਦੇ ਆਤਮਾ ਮੈਨੂੰ ਗਵਾਹੀ ਕੀਤਾ ਕਿ ਮੈਂ ਗਵਾਹੀ ਦੇਵਾਂ
ਕਿ ਜੇ ਸਾਡੇ ਅਸੀਂ ਇਸ ਚਰਚ ਚ ਆਉਂਦੇ ਆ ਨਾ, ਜੀਬਰ ਚਰਚ ਆ, ਤੇ ਖੁਦਾ ਸਾਨੂੰ ਇੰਨੇ ਅੱਛੇ ਦਾਸ ਦਿੱਤੇ ਆ, ਉਹਦਾ ਧੰਨਵਾਦ ਕਰੋ ਯਹੋਵਾ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਦਾ, ਪਵਿੱਤਰ ਆਤਮਾ ਦਾ, ਜਿਸ ਨੇ ਸਾਨੂੰ ਇੰਨੇ ਅੱਛੇ ਪਰਮੇਸ਼ਰ ਦਾਸ ਦਿੱਤੇ ਜੋ ਸਾਡੇ ਲਈ ਦੁਆਵਾਂ ਕਰਦੇ ਆ। ਅਸੀਂ ਕੰਮ ਤੇ ਵੀ ਆਤਮਾ ਦੇ ਵਿੱਚ ਰਹਿੰਦੇ ਆ ਕਿਉਂਕਿ ਸਾਨੂੰ ਅੱਛੇ ਦਾਸ ਮਿਲੇ ਆ। ਤੇ ਅਸੀਂ ਉਸ ਚੀਜ਼ ਚਰਚ ਦੇ ਨਾਲ ਨਹੀਂ ਜੁੜਦੇ ਜਿੱਥੇ ਪਰਮੇਸ਼ਰ ਦਾ ਬਚਨ ਨਹੀਂ ਹੈਗਾ, ਕੱਲੀਆਂ ਗੱਲਾਂ ਹੀ ਆ, ਉੱਥੇ ਕੁਝ ਨਹੀਂ ਮਿਲਦਾ। ਪਰ ਇਹ ਆ ਕਿ ਪਰਮੇਸ਼ਰ ਦੇ ਦਾਸ ਸਾਰ ਹਮੇਸ਼ਾ ਆਨਰ ਕਰੋ। ਜੇ ਤੁਸੀਂ ਨਹੀਂ ਵੀ ਮਿਲਦੇ, ਘਰ ਬਹਿ ਕੇ ਵੀ ਤੁਸੀਂ ਆਨਰ ਕਰ ਸਕਦੇ ਆ। ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਕਿ ਜੋ ਅੱਜ ਅਸੀਂ ਇਸ ਜਗ੍ਹਾ ਤੇ ਬੈਠੇ, ਮੈਂ ਇਸ ਜਗ੍ਹਾ ਤੇ ਆਉਣ ਦੀ ਔਕਾਤ ਮੇਰੀ ਨਹੀਂ ਸੀਗੀ। ਅਸੀਂ ਇੰਨੇ ਪਾਪਾਂ ਵਿੱਚ ਗਿਰੇ ਹੋਏ ਸੀ। ਕੋਈ ਲੋਕੀ ਜਿਹੜੇ ਆਮ ਲੋਕ ਉਹ ਕਹਿੰਦੇ ਨਹੀਂ ਕਿ ਅਸੀਂ ਪਾਪੀ ਆ, ਪਰ ਜਦੋਂ ਅਸੀਂ ਪ੍ਰਭੂ ਚ ਆਉਂਦੇ ਹਾਂ ਸਾਨੂੰ ਪਤਾ ਲੱਗਾ ਅਸੀਂ ਬਹੁਤ ਪਾਪੀ ਸੀਗੇ, ਸਿਰੇ ਦੇ ਪਾਪੀ ਸੀਗੇ। ਅਸੀਂ ਲੋਕਾਂ ਦੇ ਕੋਲ ਖੜਨ ਯੋਗ ਵੀ ਨਹੀਂ ਸੀਗੇ ਦੇ ਸਾਡੀਆਂ ਔਕਾਤਾਂ ਦੇਖਣ, ਪਰ ਉਸ ਖੁਦਾ ਨੇ ਸਾਡੇ ਤੇ ਦਇਆ ਕੀਤੀ, ਉਹਨਾਂ ਨੂੰ ਅਨੁਗ੍ਰਹਿ ਕੀਤਾ ਕਿ ਸਾਨੂੰ ਇਸ ਜਗ੍ਹਾ ਤੇ ਖੜਾ ਕੀਤਾ, ਹਾਲੇਲੂਇਆ, ਪਤਵੰਤ ਦੇ ਵਿੱਚ ਬਿਠਾਇਆ। ਮੈਂ ਸਾਰੀ ਮਹਿਮਾ ਪਰਮੇਸ਼ਰ ਦੇ ਨਾਮ ਨੂੰ ਦਿੰਦੀ ਹੈ ਕਿ ਸਾਨੂੰ ਪਰਮੇਸ਼ਰ ਚੰਗਾ ਕੀਤਾ। ਅੱਜ ਅਸੀਂ ਜੀਂਦੇ ਨਹੀਂ ਹੁੰਦੇ ਤੇ ਅੱਜ ਸਾਡਾ ਪਰਮੇਸ਼ਰ ਸਾਡੇ ਨਾਲ ਨਾ ਹੁੰਦਾ। ਮੈਂ ਖੁਦਾ ਦਾ ਧੰਨਵਾਦ ਕਰਦੀ, ਸਾਰੀ ਮਹਿਮਾ ਮੈਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਦਿੰਦੀ ਹਾਂ। ਜੈ ਮਸੀਹ। ਹਾਲੇਲੂਇਆ, ਥੈਂਕ ਯੂ ਲਾਰਡ ਜੀਸਸ, ਹਾਲੇਲੂਇਆ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਜਦੋਂ ਪਿਛਲੀ ਵਾਰੀ ਜਦੋਂ ਆਇਲ ਮੀਟਿੰਗ ਹੋਈ ਸੀ, ਉਸ ਵਕਤ ਮੈਂ ਕਾਫੀ ਜ਼ਿਆਦਾ ਬਿਮਾਰ ਸੀ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਮੇਰੇ 10 ਸਾਲ ਹੋ ਗਏ ਸੀ ਮੇਰੇ ਪੇਟ ਦੀ ਪ੍ਰੋਬਲਮ ਚੱਲਦੀ ਨੂੰ। ਤੇ ਇਹਦੇ ਬਾਰੇ ਮੈਂ ਪਾਸਟਰ ਜੀ ਨਾਲ ਵੀ ਸ਼ੇਅਰ ਕੀਤਾ ਸੀ, ਤੇ ਇਹਨਾਂ ਦਾ ਮੈਨੂੰ ਬਾਅਦ ਵਿੱਚ ਫੋਨ ਆਇਆ ਕਿਉਂਕਿ ਮੈਂ ਬਹੁਤ ਜ਼ਿਆਦਾ ਵੀਕ, ਬਹੁਤ ਜ਼ਿਆਦਾ ਫੀਲ ਕਰ ਰਿਹਾ ਸੀ। ਜਦੋਂ ਮੈਂ ਕੰਮ ਤੋਂ ਵੀ ਆਉਣਾ, ਮੈਂ ਸੁੱਤਾ ਰਹਿਣਾ, ਦਰਦ ਪੈਂਦੀ ਰਹਿੰਦੀ ਹੁੰਦੀ ਸੀ ਪੇਟ ਵਿੱਚ, ਤੇ ਬਾਰ-ਬਾਰ ਮੈਨੂੰ ਬਾਥਰੂਮ ਜਾਣਾ ਪੈਂਦਾ ਸੀ, ਤੇ ਹਰ 15 ਮਿੰਟ ਬਾਅਦ ਮੈਨੂੰ ਬਾਥਰੂਮ ਜਾਣਾ ਪੈਂਦਾ ਸੀ। ਫਿਰ ਮੈਂ ਪਾਸਟਰ ਜੀ ਨਾਲ ਗੱਲ ਸ਼ੇਅਰ ਕੀਤੀ, ਮੈਂ ਕਿਹਾ ਪਾਸਟਰ ਜੀ ਮੈਨੂੰ ਮਤਲਬ ਬਹੁਤ ਜ਼ਿਆਦਾ ਤਕਲੀਫ ਆ। ਪਹਿਲਾਂ ਤਕਲੀਫ ਹੈਗੀ ਸੀ, ਪਰ ਜਿੱਦਾਂ ਕਹਦੀ ਵੀ ਦਵਾਈ ਖਾ ਲੈਂਦੇ ਸੀ ਠੀਕ ਹੋ ਜਾਂਦੇ ਸੀ। ਫਿਰ ਮੈਂ ਪਾਸਟਰ ਜੀ ਨਾਲ ਗੱਲ ਕੀਤੀ, ਪਾਸਟਰ ਜੀ ਨੇ ਆਪਣੇ ਪਾਪਾ ਜੀ ਦਾ ਨੰਬਰ ਦਿੱਤਾ, ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਮੈਨੂੰ ਕੁਝ ਪਰਹੇਜ਼ ਦੱਸਿਆ, ਔਰ ਪਾਸਟਰ ਜੀ ਨੇ ਪ੍ਰਾਰਥਨਾ ਵਿੱਚ ਰੱਖਿਆ ਮੈਨੂੰ, ਔਰ ਮੈਂ ਕਾਫੀ ਹੱਦ ਤੱਕ ਪਰਮੇਸ਼ਰ ਦਾ ਧੰਨਵਾਦ ਕਰਦਾ, ਮੈਂ ਕਾਫੀ ਹੱਦ ਤੱਕ ਠੀਕ ਹਾਂ, ਔਰ ਹੌਲੀ ਹੌਲੀ ਵੀਕਨੈਸ ਵੀ ਜਾ ਰਹੀ ਹੈ। ਮੈਂ ਇਸ ਗੱਲ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ। ਮੇਰੀ ਦੂਸਰੀ ਗਵਾਹੀ ਹੈ, ਜਦੋਂ ਮੈਂ ਆਇਲ ਆਪਣੇ ਸਿਰ ਤੇ ਉਂਡੇਲਿਆ, ਔਰ ਮੈਂ ਆਪਣੇ ਆਪ ਨੂੰ ਇੱਕ ਨਵੀਂ ਸਪਿਰਿਟ ਵਿੱਚ ਮੈਂ ਦੇਖਿਆ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਕਿਸੇ ਅਲੱਗ ਜਗ੍ਹਾ ਦੇ ਉੱਤੇ ਪਹੁੰਚ ਗਿਆ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਮੇਰੀ ਸਪਿਰਿਟ ਨੂੰ ਜਿਸ ਤਰ੍ਹਾਂ ਕੋਈ ਪਾਵਰ ਮਿਲ ਰਹੀ ਆ, ਔਰ ਮੈਂ ਕਾਫੀ ਦਿਨਾਂ ਦੇ ਵਿੱਚ ਮੈਂ ਬਹੁਤ ਸਾਰਾ ਐਕਸਪੀਰੀਅੰਸ ਕੀਤਾ। ਅੱਜ ਰਾਤ ਜਦੋਂ ਮੈਂ ਪ੍ਰਾਰਥਨਾ ਦੇ ਵਿੱਚ ਸੀ, ਤੇ ਕਿਉਂਕਿ ਇਹ ਸਾਰਾ ਕੁਝ ਹੋ ਰਿਹਾ ਕਿ ਜਦੋਂ ਦਾ ਮੈਂ ਇਸ ਚਰਚ ਨਾਲ ਜੁੜਿਆ ਹੋਇਆ, ਮੈਂ ਡੇ ਬਾਈ ਡੇ ਤੁਸੀਂ ਦੇਖ ਰਹੇ ਕਿ ਮੈਂ ਗਵਾਹੀਆਂ ਦੇ ਨਾਲ ਆ ਕੇ ਖੜਾ ਹੋ ਰਿਹਾ, ਚਾਹੇ ਮੇਰੀ ਛੋਟੀ ਗਵਾਹੀ ਹੈ ਚਾਹੇ ਵੱਡੀ ਗਵਾਹੀ ਹੈ, ਪਰ ਮੈਂ ਗਵਾਹੀ ਦੇ ਨਾਲ ਖੜਾ ਹੋ ਰਿਹਾ। ਇੱਦਾਂ ਮੇਰੇ ਨਾਲ ਕਦੀ ਨਹੀਂ ਹੋਇਆ ਹੈਗਾ, ਨਾ ਮੈਂ ਕਦੀ ਗਵਾਹੀ ਦਿੱਤੀ, ਹਮੇਸ਼ਾ ਮੇਰੀ ਵਾਈਫ ਹੀ ਗਵਾਹੀ ਦਿੰਦੇ ਸੀ। ਪਰ ਤੁਸੀਂ ਦੇਖੋ ਕਿ ਸਭ ਤੋਂ ਜ਼ਿਆਦਾ ਗਵਾਹੀਆਂ ਮੈਂ ਹੀ ਦਿੰਦਾ, ਹੁਣ ਮੇਰੀ ਵਾਈਫ ਘੱਟ ਦਿੰਦੇ ਆ। ਹਾਲੇਲੂਇਆ। ਤੇ ਸਾਰੀ ਇੱਜ਼ਤ ਮਹਿਮਾ ਜਲਾਲ ਖੁਦਾ ਵੀ ਯਿਸੂ ਮਸੀਹ ਦੇ ਨਾਮ ਨੂੰ ਆ। ਔਰ ਜਦੋਂ ਮੈਂ ਰਾਤੀ ਪ੍ਰਾਰਥਨਾ ਕਰ ਰਿਹਾ ਸੀ, ਮੈਂ ਪ੍ਰਭੂ, ਮੈਂ ਬਹੁਤ ਸਾਰੇ ਟਰਬਲ ਦੇ ਵਿੱਚ ਫਸ ਜਾਣਾ ਆ, ਕਈ ਵਾਰੀ ਮੈਂ ਟਰਬਲ ਲੋਕਾਂ ਦੇ ਵਿੱਚ ਫਸ ਜਾਣਾ, ਮੈਂ ਨਾ ਚਾਹੁੰਦਾ ਹੋਇਆ ਵੀ ਮੈਂ, ਕਿਉਂਕਿ ਸਪਿਰਿਚੁਅਲ ਪਰਸਨ ਹਾਂ, ਅਸੀਂ ਵਿਸ਼ਵਾਸੀ ਲੋਕ ਹਾਂ, ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਦੀ ਚੁਗਲੀ ਕਰੀਏ, ਕਿਸੇ ਦੀ ਨਿੰਦਾ ਕਰੀਏ, ਜਾਂ ਕਿਸੇ ਨੂੰ ਬੁਰਾ ਭਲਾ ਕਹੀਏ, ਤੇ ਇਹ ਚੀਜ਼ ਸਾਡੇ ਲਈ ਚੰਗੀ ਨਹੀਂ ਹੈਗੀ। ਫਿਰ ਜਦੋਂ ਮੈਂ ਰਾਤ ਸਵੇਰ ਜਦੋਂ ਉੱਠਿਆ, ਖੁਦਾ ਨੇ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਕਿ ਮੈਂ ਤੈਨੂੰ ਟਰਬਲ ਲੋਕਾਂ ਵਿੱਚ ਤਾਂ ਭੇਜਿਆ ਆ ਕਿ ਤੂੰ ਉਹਨਾਂ ਦੀ ਜ਼ਿੰਦਗੀ ਬਦਲੇ। ਕਿਉਂਕਿ ਜਦੋਂ ਅਸੀਂ ਟਰਬਲ ਲੋਕਾਂ ਦੇ ਵਿੱਚ ਜਾਂਦੇ, ਜਿਹੜੇ ਸਾਡੇ ਲੋਕ ਸਾਡਾ ਵਿਰੋਧ ਕਰਦੇ ਆ, ਜਾਂ ਉਹ ਅਲੱਗ, ਤੁਸੀਂ ਦੇਖੋ, ਤੁਸੀਂ ਬਹੁਤ ਸਾਰੇ ਲੋਕ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਲੋਕੀ ਗਾਲਾਂ ਵੀ ਕੱਢਦੇ ਆ, ਕਿ ਉਹਨਾਂ ਨੇ ਇੱਕੋ ਹੀ ਗੱਲ, ਉਹਨਾਂ ਨੇ ਚੁਗਲੀ ਲਾਉਣੀ ਜਾਂ ਕਿਸੇ ਹਰ ਇੱਕ ਨੂੰ ਦੂਸਰੇ ਨੂੰ ਮਾੜਾ ਚੰਗਾ ਕਹਿਣਾ। ਤੇ ਮੈਂ ਉਹਦਾ ਸਿਰ ਹਿਲਾ ਦਿੰਦਾ ਹੁੰਦਾ ਸੀ, ਮੇਰੇ ਅੰਦਰੋਂ ਮੈਂ ਖੁਸ਼ ਨਹੀਂ ਹੁੰਦਾ ਸੀ। ਮੈਂ ਹਰ ਰੋਜ਼ ਇਸ ਗੱਲ ਦੀ ਪ੍ਰਾਰਥਨਾ ਕਰਦਾ, ਪ੍ਰਭੂ ਇਸ ਚੀਜ਼ ਤੋਂ ਮੇਰੇ ਤੋਂ ਦੂਰ ਕਰ, ਇਹ ਮੈਨੂੰ ਮੇਰੀ ਸਪਿਰਿਟ ਨੂੰ ਖਰਾਬ ਕਰਦੀ ਆ। ਇਹ ਸਾਰਾ ਕੁਝ ਹੋ ਰਿਹਾ ਉਸ ਆਇਲ ਮੀਟਿੰਗ ਤੋਂ ਬਾਅਦ, ਔਰ ਮੈਨੂੰ ਪਰਮੇਸ਼ਰ ਨੇ ਜਵਾਬ ਵੀ ਦਿੱਤਾ। ਇਸ ਗੱਲ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ, ਔਰ ਪਾਸਟਰ ਜੀ ਦਾ ਮੈਂ ਧੰਨਵਾਦ ਕਰਦਾ ਕਿ ਉਹ ਸਾਡਾ ਇੰਨਾ ਕੇਅਰ ਕਰਦੇ ਔਰ ਸਾਡੇ ਲਈ ਇੰਨੀ ਪ੍ਰਾਰਥਨਾ ਕਰਦੇ ਆ। ਮੇਰੀ ਸਪਿਰਿਟ ਨੂੰ ਜੇ ਕੋਈ ਪਾਵਰ ਮਿਲੇ, ਜਿਸ ਤਰ੍ਹਾਂ ਅੰਕੁਰ ਨੂਰਾ ਪਾਸਟਰ ਕਹਿੰਦੇ ਕਿ ਤੁਸੀਂ ਜ਼ਿੰਦਾ ਚਰਚ ਦੇ ਨਾਲ ਜੁੜੋ, ਚਾਹੇ ਤੁਹਾਨੂੰ ਅਲੱਗ ਸਟੇਟ ਵਿੱਚ ਕਿਉਂ ਨਾ ਜਾਣਾ ਪਵੇ। ਤੇ ਮੈਂ ਬੈਰਗਾਮੋ ਤੋਂ ਇੱਥੇ ਆਉਣਾ, ਮੇਰੇ ਨਾਲ ਦੇ ਹੋਰ ਵੀ ਬੈਰਗਾਮੋ ਤੋਂ ਆਉਂਦੇ ਆ, ਇਸੇ ਕਰਕੇ ਆਉਂਦੇ ਕਿ ਖੁਦਾ ਸਾਨੂੰ ਬਲੈਸ ਕਰ ਰਿਹਾ। ਸਾਰੀ ਇੱਜ਼ਤ ਮਹਿਮਾ ਜਲਾਲ ਖੁਦਾ ਵੀ ਯਿਸੂ ਮਸੀਹ ਦੇ ਨਾਮ। ਹਾਲੇਲੂਇਆ। यीशु नाम
यीशु नाम, यीशु नाम, यीशु नाम, यीशु नाम जिंदगी का जान, जिंदगी का दे वो ही आराम। यीशु नाम जिंदगी का जान, हाँ जिंदगी का दे वो ही आराम। यीशु नाम, यीशु नाम, यीशु नाम, यीशु नाम, यीशु नाम, यीशु नाम। सिर्फ यीशु नाम ही महिमा दे योग्य है। इन्हां गवाहियां द्वारा यीशु नाम ही महिमा पावे। यीशु नाम, यीशु नाम। हत्थां नूं प्लीज उठा के यीशु नाम, यीशु नाम। अगर तुसी यीशु नाम नूं महिमा दवोगे ते हमेशा तुसी वादे जाओगे। यीशु नाम, यीशु नाम, यीशु नाम। सारे कलीसिया भी बुलंद आवाज च यीशु नाम। मैं ताड़ी आवाज सुननी चाहना। यीशु नाम, हालेलुया। यीशु नाम, 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 यीशु नाम। ओ हालेलुया। कुछ सेकंड सिर्फ अखां नूं बंद करके कहिए, खुदा इन्हां गवाहियां द्वारा सारी महिमा तुहानूं दिंदे असीं। खुदा जिन्नियां भी गवाहियां तू कलीसिया च दे रहे हैं सारी महिमा तुहानूं दिंदे। ये फजल दे रहे हैं कि असीं संगति कर पा रहे हैं, खुदावन तेरे चर्च आ पा रहे हैं, खुदावन तेरे घर आ पा रहे हैं। असीं सारी महिमा तुहानूं दिंदे हां, सारा जलाल तुहानूं दिंदे हां। सजदा करूं तेरी पूजा करूं, यीशु तेरे ही नाम को पूजा करूं। सजदा करूं तेरी पूजा करूं, यीशु तेरे ही नाम को पूजा करूं। मेरे जिंदा खुदा मेरे जीवन में आ, मेरे जिंदा खुदा मेरे जीवन में आ। यही चाहूं मैं तुझसे सदा, आ यीशु आ, हथान उठाइए बैठे बैठे सब जन, सिर नु झुकाइए सब जन हथान उठा के। हालेलुया, 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 हालेलुया। सब गाइए हालेलुया, हालेलुया, हालेलुया। थैंक यू यीशु दे नाम च आमीन, आमेन, आमीन, आमीन। हालेलुया, हालेलुया। कुरंथियां दी कलीसिया नूं कह रहा सी, गालियां मेहनत करदे हां, काम धंधे करदे, गालियां खा के असीस दिंदे हां, जां सानूं कोई सताउंदा ते असीं सहने हां, जां साडी निंदिया करदे आ ते असीं की करदे हां, बेनती करदे हां। हालेलुया, हालेलुया।
ਅੱਜ ਇੱਕ ਵਿਸ਼ਵਾਸੀ ਹੁੰਦੇ ਹੋਏ ਮਾਈਕ ਪ੍ਰੋਬਲਮ ਦੇ ਰਿਹਾ, ਕਿਹਦੀ ਆਵਾਜ਼ ਆ ਰਹੀ ਹੈ? ਹਾਲੇਲੂਇਆ, 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 ਹਾਲੇਲੂਇਆ। ਅਗਰ ਅੱਜ ਦਾ ਵਚਨ ਅਸੀਂ ਧਿਆਨ ਨਾਲ ਸੁਣ ਲਿਆ ਤੇ ਅਸੀਂ 2022 ਦੇ ਅਗਲੇ ਮੰਥ ਸਿਰਫ ਔਰ ਸਿਰਫ ਆਤਮਾ ਦੇ ਲੈਵਲ 'ਚ ਹੀ ਵਧਾਂਗੇ, ਅਨੋਇੰਟਿੰਗ 'ਚ ਹੀ ਵਧਾਂਗੇ। ਹਾਲੇਲੂਇਆ। ਸਾਰੇ ਕਹੇ ਆਮੀਨ, ਸਾਰੇ ਕਹੇ ਆਮੀਨ। ਇੱਕ ਪਹਿਲੂ ਨੂੰ ਹਰ ਕੋਈ ਚਾਹੁੰਦਾ ਕਿ ਕੰਮ ਹੋਣ, ਰਿਜ਼ਲਟ ਆਉਣ, ਲਾਈਫ ਬਲੈਸ ਰਵੇ। ਇਹ ਦੂਜਾ ਪਹਿਲੂ ਆ ਪੌਲਸ ਦੀ ਲਾਈਫ ਦਾ। ਕਹਿੰਦਾ ਕਿ ਸਾਡੀ ਨਿੰਦਿਆ ਵੀ ਬੜੀ ਹੁੰਦੀ ਆ, ਕਹਿੰਦਾ ਅਸੀਂ ਭੁੱਖੇ ਵੀ ਰਹਿੰਦੇ ਆ, ਅਸੀਂ ਸਹਿਨੇ, ਸਾਨੂੰ ਸਤਾਇਆ ਵੀ ਜਾਂਦਾ ਵਾ। ਹਾਲੇਲੂਇਆ। ਅਗਰ ਅਸੀਂ ਅਨੋਇੰਟਿੰਗ ਲਈ ਰੈਡੀ ਆ ਤੇ ਦੂਜੀ ਸਾਈਡ ਅਸੀਂ ਸਤਾਵ ਲਈ ਵੀ ਰੈਡੀ ਹੋਣੇ ਚਾਹੀਦੇ ਆ। ਅਗਰ ਅਸੀਂ ਬਲੈਸਿੰਗ ਲਈ ਰੈਡੀ ਆ ਤੇ ਦੂਜੇ ਪਾਸੇ ਅਸੀਂ ਨਿੰਦਿਆ ਕਰਨ ਵਾਲਿਆਂ ਲਈ ਨਿੰਦਿਆ ਨਹੀਂ ਕਰਨੀ, ਬੇਨਤੀ ਕਰਨੀ ਆ, ਉਹ ਲਈ ਵੀ ਰੈਡੀ ਹੋਣੇ ਚਾਹੀਦੇ ਆ। ਹਾਲੇਲੂਇਆ, ਹਾਲੇਲੂਇਆ। ਪੌਲਸ ਕਿਉਂ ਅਨੋਇੰਟਡ ਸੀ? ਕਿਉਂਕਿ ਜਦੋਂ ਉਹਦੀ ਨਿੰਦਿਆ ਹੁੰਦੀ ਸੀ ਉਹ ਬੇਨਤੀ ਕਰਦਾ ਸੀ, ਉਹ ਪ੍ਰਾਰਥਨਾ ਕਰਦਾ ਸੀ, ਉਹ ਦੁਆ ਕਰਦਾ ਸੀ। ਅੱਜ ਤੁਸੀਂ ਦੱਸੋ, ਜਦੋਂ ਤੁਹਾਡੀ ਨਿੰਦਿਆ ਹੁੰਦੀ ਕੀ ਤੁਸੀਂ ਬੇਨਤੀ ਕਰਦੇ ਆ? ਜੋ ਤੁਹਾਡੀ ਬੁਰਾਈ ਹੁੰਦੀ ਕੀ ਤੁਸੀਂ ਦੁਆ ਕਰਦੇ ਆ? ਹਾਲੇਲੂਇਆ। ਆ ਸਾਨੂੰ ਸਮਝਣ ਦੀ ਲੋੜ ਆ ਪੌਲਸ ਕਿਉਂ ਜ਼ਿਆਦਾ ਸਕਸੈਸਫੁਲ ਹੋਇਆ। ਅੱਜ ਲੋਕੀ ਜਿਹੜੀ ਜਦੋਂ ਉਹਨਾਂ ਦੀ ਨਿੰਦਿਆ ਹੁੰਦੀ ਉਹ ਨਿੰਦਿਆ 'ਚ ਹੀ ਫਸ ਜਾਂਦੇ ਆ। ਜਦੋਂ ਸਤਾਵ ਆਉਂਦਾ ਉਹ ਸਹਿਣ ਨਹੀਂ ਕਰ ਪਾਉਂਦੇ। ਇੱਕ ਬਾਦਸ਼ਾਹ ਕੋ 2 ਹੀਰੇ ਸੀਗੇ ਔਰ ਉਹਨੇ ਜੌਹਰੀ ਨੂੰ ਸੱਦਿਆ ਔਰ ਉਹਨੂੰ ਕਿਹਾ ਕਿ ਮੈਨੂੰ ਦੱਸ ਅਸਲੀ ਕਿਹੜਾ ਵਾ ਔਰ ਨਕਲੀ ਕਿਹੜਾ ਵਾ। ਉਹ ਜੌਹਰੀ ਨੇ ਸਿਖਰ ਦੀ ਦੁਪਹਿਰ ਸੂਰਜ ਦੀ ਧੁੱਪ ਦੇ ਵਿੱਚ ਦੋਨਾਂ ਹੀਰਿਆਂ ਨੂੰ ਰੱਖਤਾ। ਕੁਝ ਘੰਟਿਆਂ ਬਾਅਦ ਆ ਕੇ ਉਹਨੇ ਫੜਾਤਾ, ਕਹਿੰਦਾ ਆ ਅਸਲੀ ਆ ਨਕਲੀ ਆ, ਇਹ ਕੱਚ ਦਾ ਵਾ ਤੇ ਪਰ ਆ ਅਸਲੀ ਹੀਰਾ ਵਾ। ਉਹ ਕਹਿੰਦਾ ਰਾਜਾ ਕਹਿੰਦਾ ਤੂੰ, ਬਾਦਸ਼ਾਹ ਕਹਿੰਦਾ ਤੂੰ ਕਿੱਦਾਂ ਪਤਾ ਕੀਤਾ? ਕਹਿੰਦਾ ਜਿਹੜਾ ਨਕਲੀ ਆ ਉਹ ਧੁੱਪ ਦੀ ਗਰਮੀ ਨਾਲ ਪੂਰਾ ਗਰਮ ਹੋ ਗਿਆ, ਪਰ ਅਸਲੀ ਆ ਜਿੰਨੀ ਮਰਜ਼ੀ ਗਰਮੀ ਹੋਵੇ ਠੰਡਾ ਦਾ ਠੰਡਾ ਹੀ ਪਿਆ ਵਾ। ਹਾਲੇਲੂਇਆ, ਹਾਲੇਲੂਇਆ। ਪੌਲਸ ਦਾ ਇੱਕ ਪਹਿਲੂ ਆ ਕਿ ਉਹਨੇ ਸੇਵਕਾਈ 'ਚ ਬੜਾ ਸਕਸੈਸ ਹੋਇਆ, ਰਿਜ਼ਲਟ ਸੀ ਉਹਦੀ ਮਿਨਿਸਟਰੀ 'ਚ, ਰੂਹਾਂ ਨੂੰ ਜਿੱਤ ਪਾਇਆ, ਮਸੀਹ 'ਚ ਵੱਧ ਪਾਇਆ। ਹਾਲੇਲੂਇਆ। ਜੀਵਨ ਉਹਦਾ ਮਸੀਹ ਸੀ, ਮਰਨਾ ਉਹਦਾ ਨਫਾ ਸੀਗਾ। ਹਾਲੇਲੂਇਆ। ਉਹਨੇ ਇੱਕ ਜਗ੍ਹਾ ਤੇ ਇਹ ਕਹਿਤਾ ਫਿਲਿੱਪੀਆਂ ਦੇ ਵਿੱਚ, ਤੁਸੀਂ ਇਸ ਨੂੰ ਇਦਾਂ ਹੀ ਰੱਖਣਾ, ਇਹਨੂੰ ਗਾਉਣਾ ਨਾ, ਕਿਉਂਕਿ ਅਸੀਂ ਫਿਰ ਇੱਥੇ ਹੀ ਆਉਣਾ ਵਾ। ਹਾਲੇਲੂਇਆ। ਫਿਲਿੱਪੀਆਂ ਦੇ ਵਿੱਚ ਕਹਿੰਦਾ ਪ੍ਰਭੂ ਦਾ ਦਾਸ 15 ਆਇਤ 1 ਅਧਿਆਏ ਕਹਿੰਦਾ ਕਈ ਤਾਂ ਖਾਰ ਅਤੇ ਝਗੜੇ ਨਾਲ ਅਤੇ ਕਈ ਭਲੀ ਮਨਸ਼ਾ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ। ਇਹ ਤਾਂ ਪ੍ਰੇਮ ਨਾਲ ਕਰਦੇ ਹਨ, ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ, ਪਰ ਉਹ ਨਿਸ਼ਕਪਟਤਾ ਨਾਲ ਤਾਂ ਨਹੀਂ ਸਗੋਂ ਧੜੇਬਾਜ਼ੀ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰਿਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪਾਉਣ। ਦੇਖੋ ਪੌਲਸ ਦੀ ਥਿੰਕਿੰਗ, ਉਹਦੀ ਥਾਟ। ਅੱਜ ਮੇਰੀ ਭੈਣ ਮੇਰੇ ਭਾਈ, ਐਜ਼ ਏ ਵਿਸ਼ਵਾਸੀ, ਐਜ਼ ਏ ਸੇਵਕ ਹੁੰਦੇ ਹੋਏ ਤੁਹਾਨੂੰ ਵੱਡੀ ਸੋਚ ਲੈਣੀ ਪੈਣੀ ਪ੍ਰਭੂ ਤੋਂ। ਨਿੱਕੀ ਜੀ ਸੋਚ ਨਹੀਂ, ਧਰਤੀ ਦੀ ਸੋਚ ਨਹੀਂ। ਦੇਖੋ ਪੌਲਸ ਦਾ ਵਿਰੋਧ ਹੋ ਰਿਹਾ ਨਾਲ ਦੇ ਸੇਵਾਦਾਰਾਂ ਤੋਂ, ਨਾਲ ਦੇ ਪ੍ਰਭੂ ਦੇ ਕੰਮ ਕਰਨ ਵਾਲਿਆਂ ਤੋਂ। ਪਤਾ ਕਾਹਤੋਂ? ਕਿਉਂਕਿ ਪੌਲਸ ਨਵਾਂ ਪ੍ਰਭੂ 'ਚ ਬਦਲਿਆ ਸੀਗਾ। ਪ੍ਰਭੂ ਨੂੰ ਦੇਖਿਆ ਨਹੀਂ ਸੀ ਇਹਨੇ, ਇਹ ਦਰਸ਼ਨ ਦੁਆਰਾ ਇਹਦਾ ਜੀਵਨ ਬਦਲਿਆ। ਪਰ ਯਾਕੂਬ ਹੁਣੀ ਹੋਰ ਚੇਲੇ ਜਿਹੜੇ ਯਿਸੂ ਮਸੀਹ ਦੇ ਨਾਲ ਚੱਲੇ ਸੀ, ਇਹ ਸ਼ੁਰੂ 'ਚ ਇਹ ਪੌਲਸ ਦੀ ਕਾਲਿੰਗ ਨੂੰ ਐਕਸੈਪਟ ਨਹੀਂ ਸੀ ਕਰ ਰਹੇ। ਹਾਲੇਲੂਇਆ। ਔਰ ਹੋਰ ਵੀ ਬਹੁਤ ਸਾਰੇ ਸੀਗੇ। ਤੇ ਇਹਨੇ ਅੱਗੋਂ ਕਿਹੜੀ ਆਪਦੀ ਸੋਚ ਦੱਸੀ? ਕਹਿੰਦਾ ਤਾਂ ਕਿ ਮੇਰੀਆਂ ਬੰਧਨਾਂ ਵਿੱਚ ਮੈਨੂੰ ਫਸਾਉਣ, ਧੜੇਬਾਜ਼ੀ ਨਾਲ ਕੁਝ ਲੋਕੀ ਪ੍ਰਚਾਰ ਕਰਦੇ। ਕਹਿੰਦਾ ਤਾਂ ਕੀ ਹੋਇਆ? ਭਾਵੇਂ ਬਹਾਨੇ ਨਾਲ ਭਾਵੇਂ ਸੱਚਾਈ ਨਾਲ ਹਰ ਤਰ੍ਹਾਂ ਮਸੀਹ ਦਾ ਪ੍ਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲੇ ਆਨੰਦ ਹਾਂ ਤੇ ਰਹਾਂਗਾ ਵੀ। ਇਹੋ ਜੀ ਵੱਡੀ ਸੋਚ ਨਾਲ ਤੁਹਾਨੂੰ ਜੀਣਾ ਪੈਣਾ। ਜੇ ਤੁਸੀਂ ਚਰਚ ਆ ਰਹੇ, ਖਿਦਮਤ ਕਰ ਰਹੇ ਔਰ ਬੜੀ ਛੋਟੀ ਜੀ ਸੋਚ ਆ, ਜੈਲਸੀ ਵਾਲੀ ਸੋਚ, ਧੜੇਬਾਜ਼ੀ ਵਾਲੀ ਸੋਚ ਆ, ਤੇ ਤੁਸੀਂ ਪ੍ਰਭੂ ਦੇ ਲੰਬਾ ਨਹੀਂ ਚੱਲ ਸਕਦੇ, ਵੱਡੀ ਅਨੋਇੰਟਿੰਗ ਨਹੀਂ ਲੈ ਸਕਦੇ। ਤੁਹਾਨੂੰ ਸਮਝਣਾ ਪੈਣਾ ਵਾ ਕਿ ਆਈ ਐਮ ਸਰਵੈਂਟ ਆਫ ਦਾ ਲਾਰਡ, ਮੈਂ ਆਈ ਐਮ ਅ ਚਾਈਲਡ ਆਫ ਗॉड, ਬਟ ਹੀ ਇਜ਼ ਅ ਗॉड, ਹੀ ਇਜ਼ ਅ ਜੱਜ। ਉਹ ਆਪੇ ਦੇਖ ਲਊਗਾ। ਮੈਨੂੰ ਇਹ ਸਮਝਣ ਦੀ ਲੋੜ ਆ ਕਿ ਸਾਰੇ ਪ੍ਰਭੂ ਦਾ ਹੀ ਕੰਮ ਕਰ ਰਹੇ ਆ। ਅੰਤ ਨੂੰ ਉਹ ਹਰ ਗੁੱਝੀ ਗੱਲ ਦਾ ਨਿਆਂ ਕਰੇਗਾ, ਚਾਹੇ ਭਲੀ ਆ ਚਾਹੇ ਬੁਰੀ ਆ, ਉਹ ਨਿਆਂਕਾਰ ਆ, ਉਹ ਨਿਆਂ ਕਰੇਗਾ। ਮੈਨੂੰ ਬਸ ਇਹ ਖੁਸ਼ੀ ਹੋਣ ਦੀ ਲੋੜ ਆ, ਸਾਰੀ ਜਗ੍ਹਾ ਪ੍ਰਭੂ ਦਾ ਕੰਮ ਹੋ ਰਿਹਾ। ਹਾਲੇਲੂਇਆ। ਤਾਲੀ ਵਜਾਈ ਇੱਕ ਵਾਰੀ, ਜ਼ੋਰ ਦੇ ਨਾਲ ਤਾਲੀ ਵਜਾਈ ਇੱਕ ਵਾਰੀ। ਹਾਲੇਲੂਇਆ। ਤੁਹਾਨੂੰ ਸਮਝਣ ਦੀ ਲੋੜ। ਦੇਖੋ ਕਿੰਨੀ ਵੱਡੀ ਸੋਚ ਆ। ਅੱਜ ਇਹੀ ਸੋਚ ਤੋਂ ਕੁਝ ਲੋਕੀ ਨਿਕਲ ਹੀ ਨਹੀਂ ਪਾਉਂਦੇ। ਉਹ ਇੱਥੋਂ ਤੱਕ ਹੀ ਬਸ ਫਸ ਕੇ ਰਹਿ ਜਾਂਦੇ ਆ, ਥੋੜੀਆਂ ਜਿਹੀਆਂ ਸੋਚਾਂ 'ਚ ਫਸ ਕੇ ਬਹਿ ਜਾਂਦੇ ਹੋ। ਹਾਲੇਲੂਇਆ।
ਪੌਲਸ ਕਹਿੰਦਾ ਅਸੀਂ ਝਾੜਨ ਬਣੇ ਹੋਏ ਆ। ਜਦੋਂ ਅੱਗੇ ਤੁਸੀਂ ਇਸੇ ਆਇਤ ਨੂੰ ਕੁਰਿੰਥੀਆਂ ਨੂੰ ਪੜ੍ਹਦੇ, ਅਸੀਂ ਝਾੜਨ ਵਾਲੇ ਕੱਪੜੇ ਦੀ ਸਮਾਨ ਬਣੇ ਹੋਏ ਆ। ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਜੀਸਸ। ਪ੍ਰਭੂ ਦੀ ਮਹਿਮਾ ਹੋ। ਹਾਲੇਲੂਇਆ। ਕਹਿੰਦਾ ਅਸੀਂ ਹੁਣ ਤੀਕਰ ਜਗਤ ਦੇ ਕੂੜੇ ਵਰਗੇ ਤੇ ਸਭਨਾ ਵਸਤਾਂ ਦੇ ਝਾੜਨ ਬਣੇ ਹੋਏ ਆ। ਅੱਜ ਕੋਈ ਨਹੀਂ ਚਾਹੁੰਦਾ ਮੈਨੂੰ ਕੋਈ ਇਗਨੋਰ ਕਰੇ ਚਰਚ ਦੇ ਵਿੱਚ, ਕੋਈ ਨਹੀਂ ਚਾਹੁੰਦਾ ਮੈਨੂੰ ਮੇਰੀ ਫੈਮਿਲੀ 'ਚ ਕੋਈ ਇਗਨੋਰ ਕਰੇ। ਤਾਂ ਪੌਲਸ ਕਹਿੰਦਾ ਅਸੀਂ ਝਾੜਨ ਬਣੇ ਹੋਏ ਆ। ਹਾਲੇਲੂਇਆ। ਤੁਹਾਨੂੰ ਕੁਝ ਵਿਰੋਧ ਤੇ ਚੱਲਣਾ ਪੈਣਾ, ਤੁਹਾਨੂੰ ਕੁਝ ਹਿੱਸੇ 'ਚ ਤਾਂ ਸਹਿਣਾ ਪੈਣਾ ਵਾ। ਹਾਲੇਲੂਇਆ। ਤੁਹਾਨੂੰ ਸਹਿਣ ਵਾਲੇ ਬਣਨਾ ਪੈਣਾ, ਜਾਂ ਤੁਸੀਂ ਚਾਹੁੰਦੇ ਤੇਲ ਵਧੇ, ਮੱਸਾ ਵਧੇ ਮੇਰੀ ਲਾਈਫ 'ਚ। ਹਾਲੇਲੂਇਆ। ਤੁਹਾਨੂੰ ਫਾਇਦੇ ਨੁਕਸਾਨ ਤੋਂ ਸੋਚ ਹਟਾ ਕੇ ਪਰਮੇਸ਼ਰ ਦੇ ਵਚਨ ਤੇ ਸੋਚ ਟਿਕਾਉਣੀ ਪੈਣੀ ਹੈ ਤੁਹਾਨੂੰ। ਕਈ ਵਾਰੀ ਅਸੀਂ ਹਿਸਾਬ ਕਿਤਾਬ ਜ਼ਿਆਦਾ ਲਾਉਨੇ, ਇੱਥੇ ਫਾਇਦਾ ਇੱਥੇ ਨੁਕਸਾਨ ਆ। ਇਸ ਚੀਜ਼ ਤੋਂ ਪਰੇ ਹਟ ਕੇ ਤੁਹਾਨੂੰ ਪਰਮੇਸ਼ਰ ਦੇ ਵਚਨ ਤੇ ਧਿਆਨ ਲਾਉਣਾ ਪੈਣਾ। ਸਾਰੇ ਇੱਕ ਵਾਰੀ ਕਹੀਏ ਹਾਲੇਲੂਇਆ। ਕਈ ਲੋਕੀ ਹਰ ਰਿਸ਼ਤਾ ਜੋੜਨ ਲੱਗੇ ਫਾਇਦਾ ਨੁਕਸਾਨ ਹੀ ਦੇਖ ਕੇ ਜੋੜਨਗੇ। ਹਰ ਕਿਤੇ ਕਾਲ ਲਾਉਣ ਲੱਗੇ ਫਾਇਦਾ ਨੁਕਸਾਨ ਹੀ ਦੇਖਣਾ, ਇੱਥੇ ਕਿੰਨਾ ਕੁ ਫਾਇਦਾ ਇੱਥੇ ਕਿੰਨਾ ਘਾਟਾ। ਨਹੀਂ, ਤੁਹਾਨੂੰ ਇਸ ਚੀਜ਼ ਤੋਂ ਪਰੇ ਹਟ ਕੇ ਵਚਨ ਤੇ ਅਕੋਰਡਿੰਗ ਚੱਲਣ ਦੀ ਲੋੜ ਆ। ਹਾਲੇਲੂਇਆ। ਅੱਜ ਮੈਂ ਚਾਹੁੰਦਾ ਕਿ ਪੌਲਸ ਦਾ ਇਹ ਹਿੱਸਾ ਵੀ ਦੇਖਿਆ ਜਾਵੇ ਕਿ ਪੌਲਸ ਸਹਿਣ ਵਾਲਾ ਪਰਸਨ ਸੀ। ਹਾਲੇਲੂਇਆ। ਜਦੋਂ ਜਦੋਂ ਤੁਸੀਂ ਪ੍ਰਭੂ ਦੇ ਦਾਸ ਨੇ ਇਹਨਾਂ ਮੀਟਿੰਗਾਂ 'ਚ ਕੀ ਸਿਖਾਇਆ, ਅਨੋਇੰਟਿੰਗ ਜਿੱਦਾਂ ਹੀ ਵਧੂਗੀ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋਊਗਾ। ਜਿੱਦਾਂ ਹੀ ਅਨੋਇੰਟਿੰਗ ਦੇ ਉਸ ਤੁਸੀਂ ਲੀਚ ਵਧਣਾ ਸ਼ੁਰੂ ਕਰੋਗੇ, ਤੁਹਾਡਾ ਵਿਰੋਧ ਇਹੋ ਜਿਹੇ ਘਟਨਾਵਾਂ ਸ਼ੁਰੂ ਹੋਣਗੀਆਂ ਜਿਹੜਾ ਤੁਸੀਂ ਸੋਚਿਆ ਵੀ ਨਹੀਂਗਾ। ਤੁਸੀਂ ਕਹੋਗੇ ਬੜਾ ਸੋਹਣਾ, ਘੱਟ ਪ੍ਰੇਅਰ ਸੀਗੀ, ਕੁਛ ਵੀ ਨਹੀਂ ਸੀ ਹੋ ਰਿਹਾ। ਜਿੱਦਾਂ ਹੀ ਪ੍ਰਭੂ 'ਚ ਵਧਣ ਦਾ ਫੈਸਲਾ ਲਿਆ, ਜਿੱਦਾਂ ਹੀ ਪ੍ਰਭੂ 'ਚ ਵਧਣ ਲੱਗ ਪਿਆ, ਜਿੱਦਾਂ ਹੀ ਮੈਂ ਡਿਸੀਜਨ ਲਿਆ ਘੱਟ ਬੋਲਿਆ ਕਰਨਾ, ਉਦਾਂ ਹੀ ਜ਼ਿਆਦਾ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। ਕਿਉਂ? ਕਿਉਂਕਿ ਤੁਹਾਨੂੰ ਡੈਵਲ ਤੰਗ ਕਰੇਗਾ, ਤੁਹਾਨੂੰ ਡੈਵਲ ਡਿਸਟਰਬ ਕਰੇਗਾ ਕਿ ਉਹ ਆਪਣੇ ਫੈਸਲਿਆਂ 'ਚੋਂ ਬਾਹਰ ਨਿਕਲ ਜਾਵੇ। ਪਰ ਤੁਹਾਨੂੰ ਪੌਲਸ ਦੀ ਤਰ੍ਹਾਂ ਤੁਸੀਂ ਅਗਰ ਤਿਆਰ ਹੋਵੋਗੇ, ਇਹ ਇਗਨੋਰ ਵੀ ਹਿੱਸਾ ਹੋ ਸਕਦਾ ਮੇਰੀ ਲਾਈਫ ਦਾ। ਠੀਕ ਆ, ਮੈਨੂੰ ਸਤਾਇਆ ਵੀ ਜਾ ਸਕਦਾ ਵਾ, ਮੇਰੀ ਨਿੰਦਿਆ ਵੀ ਕੀਤੀ ਜਾ ਸਕਦੀ ਆ। ਜੇ ਤੁਸੀਂ ਰੈਡੀ ਹੋਵੋਗੇ ਤੇ ਤੁਸੀਂ ਕੀ ਰਿਐਕਟ ਕਰੋਗੇ ਪਤਾ ਕੀ? ਜਦੋਂ ਸੈਟਰਡੇ ਮੀਟਿੰਗ ਹੁਣ ਆਪਾਂ ਬੈਰਗਮੋ ਕਰ ਰਹੇ ਆ, ਤੇ ਜਿਹੜੇ ਬੈਰਗਮੋ ਉੱਥੇ ਸੰਗਤੀ 'ਚ ਆਉਂਦੇ ਆ ਭੈਣ ਭਰਾ, ਤੇ ਇੱਕ ਦਿਨ ਮੈਂ ਗੱਡੀ 'ਚ ਜਾ ਰਿਹਾ ਕਿਉਂਕਿ ਅਸੀਂ ਇੱਕ ਫੈਮਿਲੀ ਨੂੰ ਲੈਣਾ ਸੀ। ਅਸੀਂ ਕੁਝ ਸਮਾਂ ਪਹਿਲਾਂ ਪਹੁੰਚ ਗਏ। ਅਸੀਂ ਇੱਕ ਫੈਮਿਲੀ ਨੂੰ ਲਿਆ, ਧਿਆਨ ਨਾਲ ਅੱਜ ਦੇ ਬੱਚੇ ਨੂੰ ਸੁਣਨਾ। ਅਸੀਂ ਇੱਕ ਫੈਮਿਲੀ ਨੂੰ ਲਿਆ ਤਾਂ ਦੱਸਦੇ ਸੀ, ਕਹਿੰਦੇ ਜੀ ਕੁਝ ਭੈਣ ਭਰਾ ਮੈਨੂੰ ਕਾਲ ਕਰਕੇ ਤੁਹਾਡੇ ਬਾਰੇ ਬਹੁਤ ਬੁਰਾਈ ਕਰ ਰਿਹਾ ਜੀ, ਇਦਾਂ ਵਾ ਇਦਾਂ ਵਾ ਇਦਾਂ 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 ਇਦਾਂ। ਮੈਂ ਸਿਰਫ ਹੱਸਿਆ ਔਰ ਸਮਾਈਲ ਕੀਤੀ। ਮੈਂ ਅੱਗੋਂ ਜਵਾਬ ਦਿੱਤਾ, ਮੈਂ ਕਿਹਾ ਪਰ ਮੈਂ ਉਹਨਾਂ ਨੂੰ ਪਿਆਰ ਕਰਦਾ ਵਾਂ ਔਰ ਗਾਂ ਵੀ ਪਿਆਰ ਕਰਾਂਗਾ। ਪਤਾ ਕਾਹਤੋਂ? ਮੈਨੂੰ ਉਹ ਲੋਕ ਵਿਚਾਰੇ ਜਿਹਾ ਲੱਗੇ, ਮੈਨੂੰ ਵਿਚਾਰੇ ਜਿਹਾ ਲੱਗੇ ਕਿ ਉਹਨਾਂ ਨੇ ਉੱਥੇ ਦੇ ਉੱਥੇ ਰਹਿ ਜਾਣਾ, ਮੈਂ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਵਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਮਝਦੇ? ਅਗਰ ਤੁਸੀਂ ਇਦਾਂ ਬੱਚੇ ਨੂੰ ਐਕਸੈਪਟ ਕਰ ਲਿਆ ਕਿ ਮੇਰੀ ਨਿੰਦਿਆ ਹੋਊਗੀ ਤੇ ਮੈਂ ਕੀ ਕਰੂੰਗਾ? ਬੇਨਤੀ ਕਰੂੰਗਾ, ਸ਼ੁਕਰਗੁਜ਼ਾਰੀ ਕਰੂੰਗਾ, ਗੁੱਸੇ ਨਹੀਂ ਹੋਊਂਗਾ, ਉਦਾਸ ਨਹੀਂ ਹੋਊਂਗਾ। ਹਾਲੇਲੂਇਆ। ਔਰ ਜੇ ਤੁਸੀਂ ਵੀ ਨਿੰਦਿਆ ਦੇ ਬਦਲੇ ਨਿੰਦਿਆ ਕਰੋਗੇ, ਗੁੱਸੇ ਦੇ ਬਦਲੇ ਗੁੱਸਾ ਕਰੋਗੇ, ਸਹਿਣ ਨਹੀਂ ਕਰੋਗੇ, ਤੇ ਫਿਰ ਪੌਲਸ ਦਾ ਦੂਜਾ ਹਿੱਸਾ ਕਾਹਤੋਂ ਐਕਸਪੈਕਟ ਕਰਨ ਡਿਆ ਸੀ ਕਿ ਮਸਾ ਆਵੇ, ਸਕਸੈਸ ਹੋਈਏ, ਬਲੈਸ ਹੋਈਏ, ਯੂਜ਼ ਹੋਈਏ। ਸਾਨੂੰ ਆ ਹਿੱਸਾ ਕਹਿੰਦਾ ਸੀ, ਦੇਖੋ ਹੁਣੇ ਮੈਂ ਤੁਹਾਡੇ ਸਾਹਮਣੇ ਪੜਿਆ, ਕਹਿੰਦਾ ਅਸੀਂ ਝਾੜਨ ਬਣੇ ਹੋਏ ਆ। ਪੌਲਸ ਕਹਿ ਰਿਹਾ ਹੈ, ਕੋਈ ਹੋਰ ਨਹੀਂ ਕਹਿ ਰਿਹਾ। ਸਭ ਤੋਂ ਇਫੈਕਟੇਬਲ ਰਸੂਲ ਕਹਿ ਰਿਹਾ ਹੈ, ਸਭ ਤੋਂ ਅਸਰਦਾਰ ਪਰਮੇਸ਼ਰ ਦਾ ਦਾਸ ਕਹਿ ਰਿਹਾ, ਕਹਿੰਦਾ ਅਸੀਂ ਝਾੜਨ ਬਣੇ ਹੋਏ ਆ। ਹਾਲੇਲੂਇਆ। ਪਿੱਛੇ ਮੇਰੀ ਆਵਾਜ਼ ਸਹੀ ਆ ਰਹੀ? ਸਪੀਕਰਾਂ ਨੂੰ ਸਮਝ ਲੱਗ ਰਹੀ ਸਾਰਿਆਂ ਨੂੰ? ਹਾਲੇਲੂਇਆ, 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 ਹਾਲੇਲੂਇਆ। ਸਾਰੇ ਥੋੜਾ ਜਿਹਾ ਟਿਕੋ ਸਾਰੇ। ਹਾਲੇਲੂਇਆ। ਡੈਵਲ ਨੂੰ ਪ੍ਰੋਬਲਮ ਪਈ ਹੈ ਯਾਰ, ਮੈਂ ਬਹੁਤ ਛੇਤੀ, ਮੈਨੂੰ ਪਸੰਦ ਨਹੀਂ ਕਿ ਹਿਲ ਜੁਲ ਹੋਵੇ। ਹਾਲੇਲੂਇਆ। ਇਦਾਂ ਹੀ ਥੋੜੀ ਸਮਾਈਲ ਦਿਓ, ਮੋਰੇ ਵਾਲੇ ਮੇਰੀ ਹੈਲਪ ਕਰੋ ਥੋੜੀ। ਹਾਲੇਲੂਇਆ। ਜਿਹਨੇ ਮੋਰੇ ਬੈਠੇ ਹੋ ਕਹੀਏ ਹਾਲੇਲੂਇਆ, 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 ਓ ਹਾਲੇਲੂਇਆ। ਪੌਲਸ ਕੁਰਿੰਥੀਆਂ ਦੀ ਕਲੀਸਿਆ ਨੂੰ ਪਤਾ ਕੀ ਕਹਿੰਦਾ? ਕਹਿੰਦਾ ਤੁਸੀਂ, ਕਹਿੰਦਾ ਅਸੀਂ ਮਸੀਹ ਦੇ ਨਿਮਿਤ ਮੂਰਖ ਆ ਪਰ ਤੁਸੀਂ ਸਿਆਣੇ, ਅਸੀਂ ਨਿਰਬਲ ਪਰ ਤੁਸੀਂ ਬਲਵੰਤ ਆ। ਕਿਉਂਕਿ ਪੌਲਸ ਉਹਨਾਂ ਨੇ ਗੁੱਡ ਨਿਊਜ਼ ਸੁਣਾਈ ਸੀ ਉਹਨਾਂ ਨੂੰ। ਹੁਣ ਪੌਲਸ ਹੁਣੇ ਗਏ ਕੁਝ ਸਮੇਂ ਬਾਅਦ ਉੱਥੇ, ਤੇ ਪੌਲਸ ਨੇ ਖੱਤ ਲਿਖਿਆ ਔਰ ਉਹ ਲੋਕੀ ਕਹਿ ਰਹੇ ਸੀ ਪੌਲਸ ਨੇ ਕਿੱਥੇ ਹੁਣ ਆਉਣਾ। ਕੋਈ ਕਹਿੰਦਾ ਸੀ ਮੈਂ ਪੌਲਸ ਦਾ, ਕੋਈ ਕਹਿੰਦਾ ਮੈਂ ਅਪੋਲੋਸ ਦਾ। ਤਾਂ ਐਂਡ ਤੇ ਜਾ ਕੇ ਪੌਲਸ ਨੇ ਦੱਸਿਆ, ਕਹਿੰਦਾ ਮੈਂ ਆਉਂਗਾ ਜਲਦ। ਹਾਲੇਲੂਇਆ, ਹਾਲੇਲੂਇਆ।
ਤੁਹਾਨੂੰ ਇਹ ਹਿੱਸਾ ਵੀ ਐਕਸੈਪਟ ਕਰਨਾ ਪੈਣਾ ਕ੍ਰਿਸਚੀਅਨਿਟੀ ਦਾ, ਪ੍ਰਭੂ ਵਾਲੇ ਜੀਵਨ ਦਾ, ਕਿ ਜਦੋਂ ਤੁਸੀਂ ਮਸੇ 'ਚ ਇਧਰੋਂ ਵੱਧ ਰਹੇ ਆ ਔਰ ਤੁਹਾਨੂੰ ਗੁੱਸਾ ਜ਼ਿਆਦਾ ਲੱਗੂਗਾ ਉਸ ਟਾਈਮ, ਕਿਉਂਕਿ ਤੁਹਾਨੂੰ ਲੱਗੂਗਾ ਹੁਣ ਮੈਂ ਸਹੀ ਚੱਲ ਰਿਹਾ, ਹੁਣ ਮੇਰੀ ਫੈਮਿਲੀ ਕਿਉਂ ਮੇਰਾ ਖਿਲਾਫ ਹੋਈ ਆ, ਹੁਣ ਮੈਂ ਜ਼ਿਆਦਾ ਸਹੀ ਆ, ਹੁਣ ਕਿਉਂ ਵਿਰੋਧ ਜ਼ਿਆਦਾ ਵਾ। ਹਾਲੇਲੂਇਆ। ਹੁਣ ਮੈਂ ਪੂਰਾ ਪ੍ਰਭੂ 'ਚ ਚੱਲ ਰਿਹਾ, ਹੁਣ ਕਿਉਂ ਮੈਨੂੰ ਗਲਤ ਸਮਝਿਆ ਜਾ ਰਿਹਾ ਹਰ ਚੀਜ਼ 'ਚ। ਪਰ ਜੇ ਤੁਸੀਂ ਅੱਜ ਦੇ ਵਚਨ ਨੂੰ ਲੈ ਲਿਆ ਤਾਂ ਤੁਸੀਂ ਮਸੇ 'ਚ ਵੱਧਦੇ ਹੀ ਜਾਓਗੇ ਔਰ ਡੈਵਲ ਰੋਂਦਾ ਹੀ ਰਹੂਗਾ ਹਮੇਸ਼ਾ। ਇੱਕ ਵਾਰੀ ਆਮੀਨ ਕਹੀਓ ਅੱਛੀ ਤਰ੍ਹਾਂ ਨਾਲ। ਹਾਲੇਲੂਇਆ, ਹਾਲੇਲੂਇਆ। ਡੈਵਲ ਹਮੇਸ਼ਾ ਰੋਵੇਗਾ, ਡੈਵਲ ਕਹੇਗਾ ਇਹਨੇ ਰੀਅਲ ਵਚਨ ਨੂੰ, ਤਾਈਓ ਤਾਂ ਅੱਜ ਉਹਨੂੰ ਪ੍ਰੋਬਲਮ ਪਈ ਹੋਈ, ਉਹ ਸੋਚ ਰਿਹਾ ਕਿ ਨਹੀਂ ਕੋਈ ਵਚਨ ਨਾ ਲੈ ਜਾਵੇ, ਕੋਈ ਵਚਨ ਨਾ ਭਰ ਜਾਵੇ। ਪੌਲਸ ਸਕਸੈਸ ਸੀ, ਪਤਾ ਕਾਹਤੋਂ? ਇਸ ਵਜ੍ਹਾ ਕਰਕੇ। ਹਾਲੇਲੂਇਆ। ਕਿਉਂਕਿ ਉਹਨੇ ਕੀ, ਜਦੋਂ ਵੀ ਉਹਦੀ ਨਿੰਦਿਆ ਹੁੰਦੀ ਸੀ ਉਹ ਬੇਨਤੀ ਕਰਦਾ ਸੀ। ਅੱਜ ਸੋਚ ਲਓ ਜਿਹੜਾ ਵੀ ਰੀਅਲ ਮੈਨ ਆਫ ਗॉड, ਕੋਈ ਵੀ ਜਿਹੜਾ ਅੱਜ ਵੱਧ ਰਿਹਾ ਵਾ, ਤੁਸੀਂ ਦੇਖੋਗੇ ਨਾ ਪਰਸਨਲੀ ਬਹਿ ਕੇ, ਜੇ ਉਹਦੀ ਨਿੰਦਿਆ ਹੋ ਰਹੀ ਆ ਉਹ ਅੱਗੋਂ ਹੱਸ ਕੇ ਗੱਲ ਨੂੰ ਟਾਲ ਰਿਹਾ ਵਾ, ਉਹ ਬੇਨਤੀ ਕਰ ਰਿਹਾ ਵਾ, ਉਹ ਸ਼ੁਕਰਗੁਜ਼ਾਰੀ ਕਰ ਰਿਹਾ ਵਾ ਔਰ ਉਹ ਮਾਫ ਕਰ ਰਿਹਾ ਵਾ। ਪਤਾ ਕਾਹਤੋਂ? देयर इज नो अदर वे टू ग्रो इन द स्पिरिट। ਕੋਈ ਹੋਰ ਵੇ ਨਹੀਂ ਆ ਮਸੇ 'ਚ ਵਧਣ ਦਾ, ਕੋਈ ਹੋਰ ਸ਼ਾਰਟਕਟ ਨਹੀਂ ਆ ਪ੍ਰੈਜ਼ੈਂਸ ਵਧਣ ਦਾ, ਕੋਈ ਹੋਰ ਸ਼ਾਰਟਕਟ ਨਹੀਂ ਆ ਐਂਜਲਸ ਲੈਣ ਦਾ, ਗਵਾਹੀਆਂ ਲੈਣ ਦਾ। ਇੱਕੋ ਹੀ ਆ ਇਫੈਕਟੇਬਲ ਹੋਣ ਦਾ ਸੀਕ੍ਰੇਟ। ਜਦੋਂ ਵੀ ਤੁਸੀਂ ਮਸੇ 'ਚ ਵਧੋ, ਕੁਝ ਲੋਕਾਂ ਨੇ ਪ੍ਰੇਅਰ ਹੀ ਰੋਕਤੀ। ਜਦੋਂ ਮੈਂ ਜ਼ਿਆਦੀ ਪ੍ਰੇਅਰ ਕਰਦਾ ਮੇਰੀ ਨੀਂਦ ਡਿਸਟਰਬ ਹੋ ਜਾਂਦੀ ਆ। ਕੋਈ ਪ੍ਰੋਬਲਮ ਨਹੀਂ, ਕਰਨ ਦਿਓ ਡੈਵਲ ਨੂੰ ਕੋਸ਼ਿਸ਼, ਤੁਸੀਂ ਪ੍ਰੇਅਰ ਵਧਾਉਂਦੇ ਜਾਓ। ਇੱਕ ਦਿਨ ਉਹ ਤੁਹਾਡੀ ਨੀਂਦ ਡਿਸਟਰਬ ਕਰ ਰਿਹਾ, ਤੁਸੀਂ ਉਹਦੀ ਨੀਂਦ ਡਿਸਟਰਬ ਕਰਨ ਜਾ ਰਹੇ ਆ। ਹਾਲੇਲੂਇਆ। ਤੁਸੀਂ ਉਹਦੀ ਨੀਂਦ ਨੂੰ ਡਿਸਟਰਬ ਕਰਨ ਜਾ ਰਹੇ ਆ, ਤੁਸੀਂ ਉਹਦੀਆਂ ਰਾਤਾਂ ਦੀ ਨੀਂਦਾਂ ਨੂੰ ਉਡਾਉਣ ਜਾ ਰਹੇ ਆ। ਜੋ ਤੁਸੀਂ ਰੂਹਾਂ ਨੂੰ ਬਚਾਓਗੇ, ਉਹਦਾ ਕੰਮ ਕਰੋਗੇ। ਹਾਲੇਲੂਇਆ, ਹਾਲੇਲੂਇਆ। 89 ਜ਼ਬੂਰ, 99 ਜ਼ਬੂਰ ਖੋਲੀਏ ਮੇਰੇ ਨਾਲ। ਹਾਲੇਲੂਇਆ, ਪ੍ਰੇਜ਼, ਪ੍ਰੇਜ਼ ਜੀਸਸ। ਥੈਂਕ ਯੂ ਲਾਰਡ। ਹਾਲੇਲੂਇਆ, ਪ੍ਰੇਜ਼, ਪ੍ਰੇਜ਼, ਪ੍ਰੇਜ਼। 14 ਆਇਤ, 89 ਦੀ 14 ਆਇਤ। ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੀ ਨੀਂਹ ਹਨ। ਫਿਰ ਕਹੀਏ ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੀ ਨੀਂਹ ਹਨ। ਦਇਆ ਤੇ ਵਫਾਦਾਰੀ ਤੇਰੇ ਅੱਗੇ ਅੱਗੇ ਚੱਲਦੀਆਂ ਹਨ। ਆਮੀਨ। ਤੁਸੀਂ ਇਹੋ ਜਿਹੇ ਪਰਮੇਸ਼ਰ ਤੋਂ ਆਏ ਆ ਜਿਹਦੀ ਗੱਦੀ, ਜਿਹਦਾ ਸਿੰਘਾਸਣ ਦੀ ਨੀਂਹ ਧਰਮ ਤੇ ਨਿਆਂ ਆ। ਸੱਚੇ ਨਿਆਂਕਾਰ ਪਰਮੇਸ਼ਰ ਤੋਂ ਤੁਸੀਂ ਆਏ ਆ। ਇਹ ਹੋ ਨਹੀਂ ਸਕਦਾ ਤੁਸੀਂ ਪਰਮੇਸ਼ਰ ਨਾਲ ਚੱਲਣਾ ਸ਼ੁਰੂ ਕਰੋ ਔਰ ਸਹੀ ਚੱਲੋ ਔਰ ਪਰਮੇਸ਼ਰ ਦਾ ਨਿਆਂ ਤੁਹਾਡੇ ਤੇ ਪ੍ਰਗਟ ਨਾ ਹੋਵੇ, ਪਰਮੇਸ਼ਰ ਦੀ ਵਿਜੇ ਤੁਹਾਡੇ ਤੇ ਪ੍ਰਗਟ ਨਾ ਹੋਵੇ, ਪਰਮੇਸ਼ਰ ਵਿਕਟੋਰੀਅਸ ਲਾਈਫ ਤੁਹਾਨੂੰ ਨਾ ਦੇਵੇ, ਤੁਹਾਡਾ ਐਂਡ ਸਹੀ ਨਾ ਹੋਵੇ। ਇਹ ਹੋ ਨਹੀਂ ਸਕਦਾ। ਹਾਲੇਲੂਇਆ। ਕਿਉਂਕਿ ਜਿਹੜੇ ਪਰਮੇਸ਼ਰ ਤੋਂ ਤੁਸੀਂ ਆਏ ਆ ਉਹਦੀ ਰਾਜ ਗੱਦੀ ਦਾ ਨੀਂਹ ਪਤਾ ਕਿਹੜੀ ਆ? ਧਰਮ ਤੇ ਨਿਆਂ, ਦਇਆ ਤੇ ਵਫਾਦਾਰੀ ਉਹਦੇ ਅੱਗੇ ਅੱਗੇ ਚੱਲਦੀਆਂ ਵਾ। 20 ਆਇਤ ਨੂੰ ਪੜਾਂਗੇ। ਲਿਖਿਆ, ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਾ ਕੀਤਾ। ਹਾਲੇਲੂਇਆ। ਸਾਰੇ ਕਹੀਏ ਹਾਲੇਲੂਇਆ। ਮੇਰੇ ਮਗਰ ਫੇ ਬੋਲੀਏ, ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਆਪਣੇ ਪਵਿੱਤਰ ਤੇਲ ਨਾਲ ਮਸਾ ਕੀਤਾ। ਅੱਗੇ ਬਹੁਤ ਕੁਝ ਲਿਖਿਆ ਪਰ ਮੈਂ ਇੱਥੇ ਰੁਕਣਾ ਚਾਹੁੰਦਾ। ਇਹ ਹੋ ਨਹੀਂ ਸਕਦਾ ਕਿ ਤੁਸੀਂ ਉਹਦੀ ਅੱਜ ਕੁਰੰਥੀਆਂ ਦੇ ਵਚਨ ਨੂੰ ਰਿਸੀਵ ਕਰਕੇ ਲਗਾਤਾਰ ਚੱਲਦੇ ਜਾਓ ਔਰ ਤੁਸੀਂ ਪਰਮੇਸ਼ਰ ਦੀਆਂ ਨਿਗਾਹ ਚੋਂ ਗਵਾਚ ਜਾਓ। ਇਹ ਹੋ ਨਹੀਂ ਸਕਦਾ। ਹਾਲੇਲੂਇਆ। ਮੈਂ ਕੀ ਦੱਸਿਆ ਤੁਹਾਨੂੰ ਕਿ ਹਮੇਸ਼ਾ ਦੁਆ ਕਰੋ ਕਿ ਖੁਦਾ ਉਹ ਤੇਰਾ ਦਾਸ ਆ ਸੱਚਾ, ਪਰ ਤੂੰ ਖੁਦਾ ਵਾ। ਅਗਰ ਮੈਂ ਤੇਰੇ ਨਾਲ ਤੇਰੀ ਨਿਗਾਹਾਂ 'ਚ ਸਹੀ ਚੱਲ ਰਿਹਾ ਜਾਂ ਮੇਰੀ ਆਵਾਜ਼ ਤੇਰੇ ਤੱਕ ਪਹੁੰਚ ਗਈ ਤਾਂ ਤੂੰ ਆਪਣੇ ਦਾਸ ਨੂੰ ਮੇਰੇ ਲਈ ਬਲੈਸਿੰਗ ਦਾ ਕਾਰਨ ਬਣਾ ਦਊਂਗਾ। ਹਾਲੇਲੂਇਆ। ਇਹੋ ਜਿਹਾ ਭਰੋਸਾ ਹੋਣਾ ਚਾਹੀਦਾ। ਅਵਿਸ਼ਵਾਸੀ ਜੀਵਨ ਨੂੰ ਕੱਢ ਦੇਣਾ ਆਪਣੀ ਲਾਈਫ ਚੋਂ ਬਾਹਰ, ਸ਼ੱਕ ਨੂੰ ਬਾਹਰ ਕੱਢ ਦੇਣਾ। ਲੱਖਾਂ ਦੀ ਮੀਟਿੰਗ 'ਚ ਕਿਉਂ ਨਾ ਤੁਸੀਂ ਗਏ ਹੋਵੋ, ਤੁਹਾਨੂੰ ਜੇ ਪਰਮੇਸ਼ਰ ਤੇ ਭਰੋਸਾ ਵਾ ਤੇ ਖੁਦਾ ਆਪਣੇ ਦਾਸ ਨੂੰ ਲੱਖਾਂ ਦੇ ਵਿੱਚੋਂ ਅੱਡ ਕੱਢ ਕੇ ਭੇਜੇਗਾ। ਉਹ ਤੁਹਾਨੂੰ ਇਕੱਲੇ ਨੂੰ ਆ ਕੇ ਮੱਸਾ ਕਰਕੇ ਜਾਊਗਾ। ਹਾਲੇਲੂਇਆ, ਹਾਲੇਲੂਇਆ। ਅੱਜ ਮੈਂ ਤੁਹਾਨੂੰ ਦੱਸਦਾ, ਗੱਡੀ 'ਚ ਮੈਂ ਆ ਰਿਹਾ, ਖੰਬਰਾ ਚੌਥ ਦੀ ਮੀਟਿੰਗ ਦੇਖਦਾ ਆ ਰਿਹਾ ਔਰ ਮੈਂ ਰੋਣ ਲੱਗ ਪਿਆ। ਪਤਾ ਕਾਹਤੋਂ? ਕਿਉਂਕਿ ਪ੍ਰਭੂ ਦੇ ਦਾਸ ਨੇ ਕਿਹਾ ਕਿ ਕਿਸੇ ਨੂੰ ਉੱਠਣ ਨਹੀਂ ਦੇਣਾ। ਜਦੋਂ ਮੈਂ ਪ੍ਰੇ ਕਰਨ ਲੋਕਾਂ 'ਚ ਜਾ ਰਿਹਾ, ਉਹ ਗਏ ਆ ਔਰ ਇੱਕ ਕਰਨਾਟਕਾ ਤੋਂ ਆਏ ਪਰਸਨਲੀ ਪ੍ਰੇ ਕਰ ਰਹੇ ਹੋ।
ਨੋਇਡਾ ਤੋਂ ਆਏ ਲੋਕਾਂ ਲਈ ਪ੍ਰੇ ਕਰ ਰਿਹਾ। ਮੈਂ ਰੋ ਰਿਹਾ, ਮੈਂ ਕਿਹਾ ਖੁਦਾ ਤੂੰ ਇੰਨਾ ਮਹਾਨ ਆ, ਤੈਨੂੰ ਪਤਾ ਸੀਗਾ ਇੰਨੀ ਦੂਰੋਂ ਮੇਰੇ ਲੋਕੀ ਸਪੈਸ਼ਲ ਆਏ ਆ, ਮੈਂ ਆਪਣੇ ਦਾਸ ਨੂੰ ਅੱਜ ਨਵੇਂ ਵੇ ਨਾਲ ਲੈ ਕੇ ਜਾਣਾ ਲੋਕਾਂ। ਔਰ ਪ੍ਰਭੂ ਦੇ ਦਾਸ ਨੇ ਇਹ ਕਹਿਤਾ, ਜਿਹੜਾ ਉੱਠਣ ਦਿੱਤਾ ਤੁਸੀਂ, ਜਿਹਨੇ ਉਗੜ ਦਮੀ ਮਚਾਈ, ਤੁਸੀਂ ਸਸਪੈਂਡ ਆ, ਇਦਾਂ ਉਹਨਾਂ ਨੇ ਕਦੇ ਨਹੀਂ ਕਿਹਾ। ਇਹ ਕਿਹਨਾਂ ਦਾ ਕਰਕੇ? ਕਿ ਜਿਹੜੇ ਕਰਨਾਟਕਾ ਤੋਂ ਏਡੀ ਦੂਰੋਂ ਗਏ ਹੋਏ ਸੀ, ਨੋਇਡਾ ਤੋਂ ਲੋਕੀ ਗਏ ਹੋਏ ਸੀ। ਹਾਲੇਲੂਇਆ। ਕਹਿੰਦਾ ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ ਗਵਾਚਣ ਨਹੀਂ ਦਿੱਤਾ ਮੈਂ ਆਪਣੀ ਨਿਗਾਹਾਂ 'ਚ। ਲੱਖ ਬੰਦੇ 'ਚ, ਕਰੋੜਾਂ 'ਚ, ਅਰਬਾਂ 'ਚ ਕਿਉਂ ਨਹੀਂ ਤੁਸੀਂ ਜੀ ਰਹੇ? ਜੇ ਤੁਸੀਂ ਪਰਮੇਸ਼ਰ ਦੇ ਬਸ ਨਾਲ ਚੱਲਣਾ ਸ਼ੁਰੂ ਕਰੋ। ਨਿੰਦਿਆ ਦੇ ਵੇਲੇ ਬੇਨਤੀ ਕਰਨੀ ਆ, ਸਹਿਣਾ ਵਾ, ਅਧੀਨ ਰਹਿਣਾ ਪਰਮੇਸ਼ਰ ਦੇ। ਤੁਸੀਂ ਪਰਮੇਸ਼ਰ ਦੀ ਨਿਗਾਹ 'ਚੋਂ ਗਵਾਚ ਨਹੀਂ ਸਕਦੇ। ਲੱਖਾਂ ਕਰੋੜਾਂ 'ਚੋਂ ਲੱਭ ਕੇ ਤੁਹਾਨੂੰ ਬਲੈਸ ਕਰੇਗਾ। ਲੱਖਾਂ ਕਰੋੜਾਂ 'ਚ ਤੁਹਾਨੂੰ ਜੋਏ ਨਾ ਭਰੇਗਾ। ਹਾਲੇਲੂਇਆ। ਕਲੀਸਿਆ ਵਿਸ਼ਵਾਸ ਨਾਲ ਜੀਣਾ ਸ਼ੁਰੂ ਕਰੀਏ, ਸ਼ੱਕ ਨੂੰ ਕੱਢ ਦਈਏ, ਅਵਿਸ਼ਵਾਸੀ ਲਾਈਫ ਨੂੰ ਅੱਜ ਬਾਏ ਬਾਏ ਕਹਿ ਦਈਏ। ਹਾਲੇਲੂਇਆ। ਵਿਸ਼ਵਾਸ ਨਾਲ ਚੱਲੀਏ। ਹਾਲੇਲੂਇਆ। ਕਿਉਂ ਇਸਰਾਈਲੀਆਂ ਤੋਂ ਯਹੋਵਾ ਦੁਖੀ ਹੋ ਜਾਂਦਾ ਸੀ? ਤੁਹਾਨੂੰ ਪਤਾ ਕਿਉਂ ਹੁੰਦਾ ਸੀ ਦੁਖੀ? ਹਾਲੇਲੂਇਆ। ਵਚਨ ਸਾਰੇ ਜਿਨ੍ਹਾਂ ਨੂੰ ਵਚਨ ਸਮਝਾ ਰਿਹਾ ਹੱਥਾਂ ਨੂੰ ਹਿਲਾਓ, ਜਿਨ੍ਹਾਂ ਨੂੰ ਵਚਨ ਸਮਝਾ ਰਿਹਾ। ਕਿਉਂ ਪਰਮੇਸ਼ਰ ਇਸਰਾਈਲੀਆਂ ਤੋਂ ਦੁਖੀ ਹੁੰਦਾ ਸੀ ਜਦੋਂ 40 ਸਾਲ ਉਹਨੂੰ ਲੈ ਕੇ ਫਿਰਦਾ ਰਿਹਾ? ਪਤਾ ਕਾਹਤੋਂ? ਕਿਉਂਕਿ ਹੁਣੇ ਮੈਂ ਤੁਹਾਨੂੰ ਕੁਝ ਸਮਾਂ ਪਹਿਲਾਂ ਪਾਣੀ ਪਿਲਾਇਆ ਸੀ, ਹੁਣੇ ਤੁਹਾਨੂੰ ਫਿਰ ਪਿਆਸ ਲੱਗੀ, ਹੁਣੇ ਤੁਸੀਂ ਫਿਰ ਬੁੜਬੁੜਾ ਰਹੇ ਆ। ਪਰਮੇਸ਼ਰ ਜੇ ਇੱਕ ਤਰੀਕੇ ਨਾਲ ਮੈਂ ਤੈਨੂੰ ਸਮਝਾਵਾਂ, ਪਰਮੇਸ਼ਰ ਪਤਾ ਕੀ ਕਹਿ ਰਿਹਾ ਸੀ? ਪਰਮੇਸ਼ਰ ਕਹਿ ਰਿਹਾ ਸੀ, ਯਾਰ ਮੈਨੂੰ ਮਜ਼ਾ ਲੈਣ ਦਿਓ ਤੁਹਾਨੂੰ ਆਪਣੇ ਨਾਲ ਚਲਾਉਣ 'ਚ, ਔਰ ਤੁਸੀਂ ਮਜ਼ਾ ਲਓ ਮੇਰੇ ਨਾਲ ਚੱਲਣ 'ਚ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਇੱਕ ਤਰੀਕੇ ਨਾਲ ਕਹਿ ਰਿਹਾ ਸੀ, ਸਾਨੂੰ ਕੀ ਪ੍ਰੋਬਲਮ? ਹੁਣੇ ਤੇ ਪਾਣੀ ਪਿਲਾਇਆ ਸੀ। ਜੇ ਤੁਹਾਨੂੰ ਹੁਣ ਪਿਆਸ ਲੱਗੀ ਸੀ, ਪਾਣੀ ਹੈ ਨਹੀਂ ਸੀ, ਕੀ ਵਰਸ਼ਿਪ ਨਹੀਂ ਸੀ ਕਰ ਸਕਦੇ? ਕੀ ਧੰਨਵਾਦ ਨਹੀਂ ਸੀ ਕਰ ਸਕਦੇ? ਕੀ ਸ਼ੁਕਰਗੁਜ਼ਾਰੀ ਨਹੀਂ ਸੀ ਕਰ ਸਕਦੇ? ਜਿਹੜਾ ਪਹਿਲਾਂ ਪਾਣੀ ਪਿਲਾਇਆ ਮੈਂ ਫਿਰ ਨਾ ਪਾਣੀ ਪਿਲਾਉਂਦਾ, ਜਿਹਨੇ ਪਹਿਲਾਂ ਖਿਲਾਇਆ ਮੈਂ ਫਿਰ ਨਾ ਖਵਾਉਂਦਾ। ਹਾਲੇਲੂਇਆ। ਜਿੱਦਾਂ ਹੀ ਪਿਆਸ ਲੱਗੀ, ਜਿੱਦਾਂ ਹੀ ਖਾਣੇ ਦੀ ਭੁੱਖ ਲੱਗੀ, ਬੁੜਬੁੜਾਉਣ ਲੱਗ ਪਿਆ। ਪਰਮੇਸ਼ਰ ਇੱਕ ਤਰੀਕੇ ਨਾਲ ਕਹਿ ਰਿਹਾ ਸੀ, ਜੁੱਤੀਆਂ ਵੱਲ ਦੇਖੋ, ਜਿੱਦਾਂ ਤੁਹਾਡੇ ਪੈਰ ਵੱਧ ਰਿਹਾ, ਜੁੱਤੀਆਂ ਵੀ ਨਾਲ ਨਾਲ ਵੱਧ ਰਹੀਆਂ। ਕੱਪੜਿਆਂ ਵੱਲ ਦੇਖੋ, ਜਿੱਦਾਂ ਸਰੀਰ ਗਰੋ ਕਰ ਰਿਹਾ, ਕੱਪੜੇ ਵੀ ਨਾਲ ਹੀ ਉਦਾਂ ਵੱਧ ਰਹੇ ਆ। ਤੁਹਾਨੂੰ ਹਲੇ ਵੀ ਸਮਝ ਨਹੀਂ ਲੱਗੇ? ਪਰਮੇਸ਼ਰ ਕਹਿ ਰਿਹਾ, ਮੈਨੂੰ ਤੁਹਾਨੂੰ ਮਿਰੇਕਲ ਨਾਲ, ਪਰਮੇਸ਼ਰ ਸਿਰਫ ਮਿਰੇਕਲ ਸਾਡੀ ਜ਼ਰੂਰਤ ਦੇ ਅਕੋਰਡਿੰਗ ਨਹੀਂ ਕਰਦਾ। ਅੱਜ ਗੱਲ ਨੂੰ ਸਮਝ ਲਈਏ। ਫਿਰ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰਮੇਸ਼ਰ ਚਮਤਕਾਰ ਸਾਡੀ ਜ਼ਰੂਰਤ ਦੇ ਅਕੋਰਡਿੰਗ ਨਹੀਂ ਕਰਦਾ, ਉਹਨੂੰ ਪਸੰਦ ਆ ਮਿਰੇਕਲ ਕਰਨਾ। ਹਾਲੇਲੂਇਆ। ਤਾਲੀ ਵਜਾਈਏ ਇੱਕ ਵਾਰੀ। ਹਾਲੇਲੂਇਆ। ਮੈਂ ਸਹੀ ਕਹਿ ਰਿਹਾ ਨਾ? ਹਾਲੇਲੂਇਆ। ਉਹ ਸਾਡੀ ਜ਼ਰੂਰਤ ਦੇ ਅਕੋਰਡਿੰਗ ਨਹੀਂ ਚਮਤਕਾਰ ਕਰਦਾ, ਉਹਦੀ ਨੇਚਰ ਉਹਨੂੰ ਪਸੰਦ ਆ। ਹਾਲੇਲੂਇਆ। ਹਾਲੇਲੂਇਆ। ਓ ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਕਹਿ ਰਿਹਾ, ਮੈਨੂੰ ਮਜ਼ਾ ਆ ਰਿਹਾ ਤੁਹਾਨੂੰ ਚਲਾਉਣ 'ਚ, ਤੁਹਾਨੂੰ ਮਜ਼ਾ ਆਉਣਾ ਚਾਹੀਦਾ ਮੇਰੇ ਨਾਲ ਚੱਲਣ 'ਚ। ਹਾਲੇਲੂਇਆ। ਮੈਂ ਕਹਿ ਰਿਹਾ ਕਿ ਸਹਿਣ 'ਚ ਵੀ ਇੱਕ ਅਲੱਗ ਮਜ਼ਾ ਵਾ, ਬੇਨਤੀ ਕਰਨ 'ਚ ਇੱਕ ਅਲੱਗ ਮਜ਼ਾ ਵਾ। ਹਾਲੇਲੂਇਆ। ਮੈਂ ਤੁਹਾਨੂੰ ਦੱਸਿਆ, ਜਦੋਂ ਵੀ ਤੁਹਾਡੀ ਬੁਰਾਈ ਹੋਵੇ ਕੀ ਕਰਨਾ? ਆਨੰਦ ਕਰੋ। ਜਦੋਂ ਨਿੰਦਿਆ ਕਰੇ ਬੇਨਤੀ ਕਰੋ, ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਜਿਹੜਾ ਇੱਕੋ ਜਗ੍ਹਾ ਤੇ ਖੜਾ ਵਾ, ਜਿਹੜਾ ਕੋਈ ਨਹੀਂ ਵੱਧ ਰਿਹਾ, ਉਹਨੂੰ ਕਿਹਨੇ ਬੁਰਾ ਕਹਿਣਾ? ਉਹਨੂੰ ਡੈਵਲ ਨੂੰ ਉਹ ਤੋਂ ਕੀ ਪ੍ਰੋਬਲਮ ਆ? ਇਹ ਪ੍ਰੋਬਲਮ ਤਾਂ ਤੁਹਾਡੇ ਤੋਂ ਆ। ਹਾਲੇਲੂਇਆ। ਪ੍ਰੋਬਲਮ ਤੁਹਾਨੂੰ ਤੁਹਾਡੇ ਤੋਂ ਆ। ਯਾਰ ਇਹ ਦਸ਼ਵਾਂਸ ਰੈਗੂਲਰ ਹੋ ਗਿਆ, ਯਾਰ ਇਹ ਪ੍ਰਾਰਥਨਾ 'ਚ ਰੈਗੂਲਰ ਹੋ ਗਿਆ, ਯਾਰ ਇਹ ਪਵਿੱਤਰਤਾ 'ਚ ਵਧਣ ਲੱਗ ਪਿਆ, ਯਾਰ ਇਹ ਹੁਣ ਆਗਿਆਕਾਰੀ 'ਚ ਆ, ਯਾਰ ਇਹ ਵਚਨ ਤੇ ਰੋਜ਼ ਪ੍ਰੇ ਕਰਨ ਲੱਗ ਪਿਆ। ਯਾਰ ਅੱਗੇ ਸੰਡੇ ਕਰਦਾ ਸੀ, ਇਹ ਅੱਗੇ ਛੁੱਟੀ ਵਾਲੇ ਦਿਨ ਹੀ ਕਰਦਾ, ਰੋਜ਼ ਪ੍ਰੇ ਕਰਨ ਲੱਗ ਪਿਆ। ਤੇ ਪ੍ਰੋਬਲਮ ਉਹ ਤੋਂ ਹੀ ਹੋਣੀ ਆ। ਹਾਲੇਲੂਇਆ। ਹਾਲੇਲੂਇਆ। ਸਭ ਤੋਂ ਕਿੱਦਾਂ ਨਹੀਂ ਮੇਰੇ ਖਿਲਾਫ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਹਾਂ। ਮੈਂ ਪਰਮੇਸ਼ਰ ਦਾ ਦਾਸ ਹਾਂ। ਤੁਸੀਂ ਕਿਸੇ ਹੋਰ ਮੀਟਿੰਗ ਤੇ ਜਾਓ, ਮੈਂ ਕਿਸੇ ਹੋਰ ਮੀਟਿੰਗ ਤੇ ਜਾਵਾਂ, ਮੈਨੂੰ ਬਾਈਬਲ 'ਚ ਲਿਖਿਆ ਪਰਮੇਸ਼ਰ ਦੇ ਦਾਸ ਦੂਣੇ ਇੱਧਰ ਆਦਰ ਦੇ ਯੋਗ ਆ। ਬਾਈਬਲ 'ਚ ਲਿਖਿਆ ਨਾ ਇਦਾਂ। ਔਰ ਮੈਨੂੰ ਕੀ ਹੁੰਦਾ, ਉਹ ਮੁਰਲੀ ਕੁਰਸੀ ਤੇ ਨਹੀਂ ਜਗ੍ਹਾ ਦਿੰਦੇ। ਠੀਕ ਆ, ਇਹ ਪਰਮੇਸ਼ਰ ਦਾ ਵਚਨ ਦੱਸਦਾ ਕਿ ਦੂਣੇ ਆਦਰ ਦੇ ਯੋਗ ਆ। ਠੀਕ ਆ, ਇਹ ਗੱਲ ਨੂੰ ਧਿਆਨ ਨਾਲ ਸੁਣਨਾ। ਪਰ ਹੁਣ ਮੈਨੂੰ ਕੀ ਕਰਨਾ ਚਾਹੀਦਾ? ਕੁਐਸਚਨ ਆ। ਜੀ ਮੈਂ ਪੌਲਸ ਦੀ ਗੱਲ ਤੇ ਵਿਸ਼ਵਾਸ ਕਰਦਾ, ਮੈਨੂੰ ਕੀ ਕਰਨਾ ਚਾਹੀਦਾ? ਮੈਨੂੰ ਪਿੱਛੇ ਹੀ ਬਹਿ ਕੇ ਬਲੈਸਿੰਗ ਔਰ ਵਰਸ਼ਿਪ ਕਰਨੀ ਚਾਹੀਦੀ, ਔਰ ਪਰਮੇਸ਼ਰ ਦੀ ਬਲੈਸਿੰਗ ਰਿਸੀਵ ਕਰਨੀ ਚਾਹੀਦੀ। ਔਰ ਇਹਦੂ ਆਪੋਜ਼ਿਟ ਮੈਂ ਕੀ ਕਰਾਂ? ਤੁਹਾਨੂੰ ਵਚਨ ਦਾ ਨਹੀਂ ਪਤਾ, ਦੁੱਗਣੇ ਆਦਰ ਦੀ ਦਾਸ ਯੋਗ ਆ, ਮੈਂ ਲੜਨ ਲੱਗ ਪਵਾਂ, ਤੁਹਾਡੀ ਐਸੀ ਦੀ ਤੈਸੀ। ਹਾਲੇਲੂਇਆ। ਤੁਸੀਂ ਆਦਰ ਨਹੀਂ ਕੀਤਾ ਮੇਰਾ, ਮੈਂ ਲੜਨ ਲੱਗ ਪਵਾਂ, ਫਿਰ ਮੈਂ ਪੌਲਸ ਦੇ ਉਹ ਵਚਨ ਤੇ ਚੱਲ ਰਿਹਾ? ਦੱਸੋ ਮੈਨੂੰ, ਦੱਸੋ ਮੈਨੂੰ। ਹਾਲੇਲੂਇਆ। ਮੇ ਬੀ ਉਹ ਮੇਰਾ ਟਾਈਮ ਹੋਵੇ ਝਾੜਨ ਬਣਨ ਦਾ, ਮੇ ਬੀ ਉਹ ਮੇਰਾ ਟਾਈਮ ਹੋਵੇ ਇਗਨੋਰ ਹੋਣ ਦਾ, ਚੱਲਣ ਦਾ ਉਸ ਚੀਜ਼ ਨੂੰ। ਹਾਲੇਲੂਇਆ। ਮੇ ਬੀ ਉਹ ਮੇਰਾ ਟਾਈਮ ਹੋਵੇ ਮਸੇ 'ਚ ਵਧਣ ਦਾ। ਹਾਲੇਲੂਇਆ। ਹਾਲੇਲੂਇਆ।
ਮਸਾ ਕੌਣ ਪਾਉਣਗੇ ਜਿਹੜੇ ਝੁਕਣਾ ਜਾਣਦੇ ਆ। ਲਿਖਿਆ ਜਿਹੜਾ ਆਪਣੇ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ, ਜਿਹੜਾ ਨੀਵਾਂ ਹੋਵੇਗਾ ਪਰਮੇਸ਼ਵਰ ਨੂੰ ਸਮੇਂ ਸਿਰ ਉੱਚਾ ਕਰੇਗਾ। ਹਾਲੇਲੂਇਆ, 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 ਓ ਹਾਲੇਲੂਇਆ। ਪਰਮੇਸ਼ਵਰ ਦੀ ਮਹਿਮਾ ਹੋਵੇ, ਪਰਮੇਸ਼ਵਰ ਦਾ ਨਾਮ ਉੱਚਾ ਹੋਵੇ। ਕਹਿੰਦਾ ਮੈਂ ਆਪਣੇ ਬੰਦੇ ਆਪਣੇ ਦਾਸ ਦਾਊਦ ਨੂੰ ਲੱਭ ਕੇ, ਕੀ ਲਿਖਿਆ? ਲੱਭ ਕੇ। ਤੁਸੀਂ ਉਹਦੀਆਂ ਨਿਗਾਹਾਂ ਤੋਂ ਗਵਾਚ ਨਹੀਂ ਸਕਦੇ ਅਗਰ ਤੁਸੀਂ ਉਹਦੇ ਆ। ਹਾਲੇਲੂਇਆ, ਥੈਂਕ ਯੂ ਜੀਸਸ। ਓ ਹਾਲੇਲੂਇਆ, ਹਾਲੇਲੂਇਆ, ਥੈਂਕ ਯੂ ਲਾਰਡ। ਓ ਹਾਲੇਲੂਇਆ। ਕੱਲ ਦੀ ਮੀਟਿੰਗ 'ਚ ਬ੍ਰਦਰ ਨੇ ਗਵਾਹੀ ਦਿੱਤੀ ਔਰ ਮੀਟਿੰਗ ਤੋਂ ਪਹਿਲਾਂ ਉਹਦੇ ਹਾਰਟ 'ਚ ਬਹੁਤ ਜ਼ਿਆਦਾ ਪੇਨ ਹੋ ਰਹੀ ਸੀ ਔਰ ਵਰਸ਼ਿਪ ਦਾ ਮਾਹੌਲ ਬਦਲਦਾ ਗਿਆ ਔਰ ਜਿੰਨੇ ਸੈਟਰਡੇ ਮੀਟਿੰਗ ਉਹਨਾਂ ਨੂੰ ਪਤਾ ਮੈਂ ਹੀਲਿੰਗ ਦੇ ਲਈ ਵੀ ਪ੍ਰਾਰਥਨਾ ਕਰਨੀ ਸ਼ੁਰੂ ਕਰਤੀ ਔਰ ਦੱਸਦੇ ਕਹਿੰਦੇ ਮੈਨੂੰ ਉਹ ਦਰਦ ਛੱਡ ਕੇ ਜਾ ਚੁੱਕਿਆ ਔਰ ਮੇਰਾ ਵਿਸ਼ਵਾਸ ਉਹ ਕਦੇ ਵਾਪਸ ਨਹੀਂ ਆਊਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦੀ ਨਿਗਾਹਾਂ 'ਚੋਂ ਤੁਸੀਂ ਗਵਾਚ ਜਾਓ, ਇਹੋ ਜਿਹਾ ਹੋ ਨਹੀਂ ਸਕਦਾ। ਹਾਲੇਲੂਇਆ। ਮੈਂ ਤੁਹਾਨੂੰ ਇੱਕ ਸਟੋਰੀ ਦੱਸਣਾ ਚਾਹੁੰਦਾ। ਯੂਸਫ 17 ਸਾਲ ਦੀ ਏਜ 'ਚ ਸੁਪਨੇ ਦੇਖੇ ਔਰ ਦੱਸੇ। ਟੋਏ 'ਚ ਸਿੱਟਿਆ ਗਿਆ, ਭਰਾਵਾਂ ਦੁਆਰਾ ਵੈਰ ਕੀਤਾ ਗਿਆ, ਵੇਚਿਆ ਗਿਆ। ਇਸਮਾਈਲੀਆਂ ਨੂੰ ਮਿਸਰ 'ਚ ਜਾ ਕੇ ਗੁਲਾਮ ਬਣ ਗਿਆ। ਭਰਾ ਉਹਦੇ ਸੋਚਦੇ ਹੋਣਗੇ ਯੂਸਫ ਦੀ ਕਹਾਣੀ ਫਿਨਿਸ਼, ਖਤਮ ਹੋ ਗਈ ਆ। ਹਾਲੇਲੂਇਆ। 1 ਸਾਲ, 2 ਸਾਲ, 10 ਸਾਲ, 12 ਸਾਲ, 13 ਸਾਲ, 14 ਸਾਲ, 15 ਸਾਲ ਯੂਸਫ ਦੀ ਕਹਾਣੀ ਕੋਈ ਜ਼ਿਕਰ ਨਹੀਂ ਹੋ ਰਿਹਾ ਹੁਣ ਯੂਸਫ ਦਾ। ਭਰਾਵਾਂ 'ਚ ਖਤਮ ਕਹਾਣੀ ਉਹਦੀ। ਪਰ ਕੀ ਕਹਿ ਰਿਹਾ ਖੁਦਾ ਦਾ ਕਲਾਮ? ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ, ਹਾਲੇਲੂਇਆ। ਖੁਦਾ ਨੇ ਕੀ ਕੀਤਾ? ਖੁਦਾ ਨੇ ਉਹਨੂੰ ਲੱਭ ਕੇ ਪੋਟੀਫਰ ਦੇ ਘਰ ਨੂੰ ਬਲੈਸ ਕੀਤਾ। ਪੋਟੀਫਰ ਦੇ ਘਰ ਤੋਂ ਬਾਅਦ ਜੇਲ੍ਹ 'ਚ ਖੁਦਾ ਨੇ, ਡੈਵਲ ਕਹਿੰਦਾ ਹੋਊਗਾ ਗਵਾਚ ਗਿਆ, ਫਿਰ ਖੁਦਾ ਨੇ ਲੱਭ ਕੇ ਫਿਰੌਨ ਦੇ ਸੱਜੇ ਹੱਥ ਬਿਠਾਤਾ। ਤੁਸੀਂ ਉਹਨਾਂ ਵਫਾਦਾਰੀ ਨਾਲ ਚੱਲੋ, ਉਹ ਤੁਹਾਡੀਆਂ ਉਹਦੀ ਨਿਗਾਹਾਂ 'ਚ ਤੁਸੀਂ ਗਵਾਚ ਜਾਓ, ਇਹੋ ਜਿਹਾ ਹੋ ਨਹੀਂ ਸਕਦਾ ਕਦੇ। ਹਾਲੇਲੂਇਆ। ਖੁਦਾ ਕਹਿੰਦਾ ਮੈਂ ਆਪਣੇ ਨਾਮ ਤੋਂ ਉੱਤਮ ਆਪਣੇ ਕਲਾਮ ਨੂੰ ਦਰਜਾ ਦਿੱਤਾ। ਜਿਹਦਾ ਕਲਾਮ ਦੱਸਦਾ ਪੂਰੇ ਕਲਾਮ ਨੂੰ ਪੜ੍ਹ ਲਓ। ਨਾ ਕਦੀ ਹੋਇਆ ਤੇ ਨਾ ਕਦੀ ਹੋਵੇਗਾ ਏਦਾਂ। ਹਾਲੇਲੂਇਆ। ਬਾਈਬਲ 'ਚ ਲਿਖਿਆ ਜਿਨ੍ਹਾਂ ਨੇ ਉਹਨੂੰ ਤੱਕਿਆ ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਾ ਹੋਏ ਤੇ ਨਾ ਹੋਣਗੇ। ਮੈਂ ਤੁਹਾਡੀ ਲਾਈਫ ਤੇ ਬੋਲਦਾ। ਹਾਲੇਲੂਇਆ, ਹਾਲੇਲੂਇਆ। ਜਿਨ੍ਹਾਂ ਨੇ ਉਹਦੇ ਵੱਲ ਤੱਕਿਆ ਉਹਨਾਂ ਦੇ ਮੂੰਹ ਕਦੇ ਵੀ ਕਾਲੇ ਨਾ ਹੋਏ। ਓ ਹਾਲੇਲੂਇਆ। ਉਹਨੇ ਸਿਰ ਠਹਿਰਾਇਆ, ਦੁਮ ਨਹੀਂ। ਹਾਲੇਲੂਇਆ, ਓ ਹਾਲੇਲੂਇਆ, ਓ ਹਾਲੇਲੂਇਆ। ਥੈਂਕ ਯੂ ਲਾਰਡ। ਓ ਹਾਲੇਲੂਇਆ। ਦੇਖੋ ਬਾਈਬਲ ਦਾ ਇੱਕ ਵਚਨ ਐਵੇਂ ਨਹੀਂ ਲਿਖਿਆ। ਇਹ ਵੀ ਲਿਖਿਆ ਹੋ ਸਕਦਾ ਮੈਂ ਆਪਣੇ ਦਾਸ ਦਾਊਦ ਨੂੰ ਮਸਾ ਕੀਤਾ, ਪਰ ਉਹ ਕਹਿੰਦਾ ਮੈਂ ਲੱਭ ਕੇ ਕੀਤਾ। ਯੂਸਫ ਮੇਰੀਆਂ ਨਿਗਾਹਾਂ 'ਚ ਗਵਾਚਿਆ ਨਹੀਂ। ਨਾ ਮੇਰੀ ਬੇਟੀ ਤੂੰ ਗਵਾਚੇਂਗੀ ਕਦੇ, ਨਾ ਮੇਰੇ ਬੇਟੇ ਤੂੰ ਗਵਾਚੇਂਗਾ। ਜੇ ਤੂੰ ਮੇਰੇ ਨਾਮ ਨੂੰ ਜਾਣੇਗਾ, ਜੇ ਤੂੰ ਮੇਰੇ ਨਾਲ ਚਲੇ, ਤੂੰ ਗਵਾਚੇਂਗਾ ਨਹੀਂ। ਹਾਲੇਲੂਇਆ। ਬ੍ਰਦਰ ਮਨੂ ਕਿੰਨੇ ਕਿਲੋਮੀਟਰ ਇੱਥੋਂ ਰਹਿੰਦੇ ਤੁਸੀਂ? ਦੂਰ 300 ਕਿਲੋਮੀਟਰ ਦੂਰ ਰਹਿੰਦੇ ਆ। ਤੇ ਇਹ ਜਦੋਂ ਗਏ ਨਾ ਉੱਥੇ ਕੰਮ ਤੇ, ਤਾਂ ਮਾਲਕ ਨਾਲ ਇਹੋ ਜਿਹਾ ਐਕਸਪੀਰੀਅੰਸ ਹੋਇਆ ਸੀ ਇੰਡੀਅਨਸ ਦਾ। ਉਹ ਮਾਲਕ ਨੇ ਕਿਹਾ ਸੀ ਗਾਂ ਤੋਂ ਕਦੇ ਇੰਡੀਅਨ ਨਹੀਂ ਰੱਖਣਾ। ਪਰ ਜਦੋਂ ਇਹ ਗਏ ਆ, ਖੁਦਾ ਦੀ ਮਰਸੀ ਇਹਨਾਂ ਦੇ ਉੱਤੇ ਆ, ਫੇਵਰ ਇਹਨਾਂ ਦੇ ਉੱਤੇ ਖੁਦਾ ਨੇ ਬਹਾਲ ਕੀਤਾ। ਖੁਦਾ ਨੇ, ਮਾਲਕ ਨੇ ਕਿਹਾ ਕਿ ਅੱਜ ਤੋਂ ਬਾਅਦ ਤੇਰੇ ਤੇ ਮੈਂ ਛੱਡੀ ਗੱਲ, ਜਿੰਨੇ ਰੱਖਣੇ ਇੰਡੀਅਨ ਹੀ ਰੱਖਣੇ ਆ। ਹਾਲੇਲੂਇਆ, ਹਾਲੇਲੂਇਆ। ਔਰ ਤੁਹਾਨੂੰ ਮੈਂ ਦੱਸਦਾ, ਇਹਨਾਂ ਨੇ ਗਵਾਹੀ ਦਿੱਤੀ ਸੀ ਕਿ ਮਾਲਕ ਇਹਨਾਂ ਨੂੰ 1.5 ਲੱਖ ਯੂਰੋ ਦਾ 2 ਲੱਖ ਯੂਰੋ ਲੱਗ ਜਾਣਾ, ਵਿਲਾ ਬਣਾ ਕੇ ਇਹਨਾਂ ਨੂੰ ਦੇ ਰਿਹਾ। ਔਰ ਇਹਨਾਂ ਨੇ ਗਵਾਹੀ ਖੁਦ ਦਿੱਤੀ ਸੀ, ਪਰ ਇਹਨਾਂ ਨੇ ਰੀਸੈਂਟਲੀ ਮੈਨੂੰ ਗਵਾਹੀ ਦੱਸੀ, ਕੱਲ ਆਈ ਥਿੰਕ ਪਰਸੋਂ ਦੀ ਗੱਲ ਆ ਇਹ। ਇਹਨਾਂ ਨੇ ਗਵਾਹੀ ਦੱਸੀ, ਇਹ ਕਹਿੰਦੇ ਕਿ ਨਾ ਸਿਰਫ ਵਿਲਾ ਬਣ ਰਿਹਾ, ਬਲਕਿ ਮੇਰੇ ਮਾਲਕ ਨੇ ਇਹ ਵੀ ਕਹਿਤਾ ਕਿ ਜਿੱਦਾਂ ਜਿੱਦਾਂ ਦਿਲ ਕਰੂਗਾ, ਕੋਈ ਚੇਂਜਿੰਗ ਕਰਾਉਣੀ ਹੋਊਗੀ,
ਉਹ ਜੌਮਿੱਤਰਾ ਉਹ ਮਿਸਤਰੀ ਉਹ ਸਾਰੇ ਤੇਰੀ ਗੱਲ ਮੰਨਣਗੇ। ਹੁਣ ਉਹ ਇਹ ਇੱਧਰ ਆ ਰਿਹਾ ਸੀ, ਉਹਨਾਂ ਦਾ ਫੋਨ ਆ ਰਿਹਾ ਸੀਗਾ ਕਿ ਆਹ ਚੀਜ਼ ਕਿੱਦਾਂ ਬਣਾਉਣੀ ਆ। ਇਹ ਕਹਿੰਦੇ ਮੈਂ ਤਾਂ ਦੂਰ ਆਇਆ ਹੋਇਆ। ਉਹ ਕਹਿੰਦੇ ਫਿਰ ਕਿੱਦਾਂ ਕਰੀਏ? ਉਹ ਕਹਿੰਦੇ ਚੱਲ ਠੀਕ ਆ, ਅਸੀਂ ਤੇਰੀ ਵੇਟ ਕਰ, ਜੇ ਤੂੰ ਆ ਜਾਊਂਗਾ ਫਿਰ ਤੂੰ ਦੱਸ ਦੀ ਕਿੱਦਾਂ ਬਣਾਉਣੀ ਉਹ ਚੀਜ਼। ਹਾਲੇਲੂਇਆ। ਫਿਰ ਤੋਂ ਮੇਰੇ ਮਗਰ ਬੋਲੇ ਜਿੰਨਿਆਂ ਨੇ ਉਹਨੂੰ ਤੱਕਿਆ ਉਹਨਾਂ ਦੇ ਮੂੰਹ ਕਾਲੇ ਨਾ ਹੋਏ, ਔਰ ਮੇਰੇ ਨਾਲ ਵੀ ਹੋਣ ਜਾ ਰਿਹਾ ਹੈ। ਹਾਲੇਲੂਇਆ। ਇੱਕ ਗੱਲ ਹੋਰ ਜਾਣ ਲਈਏ, ਪਰਮੇਸ਼ਰ ਨੂੰ ਉਮਰ ਨਾਲ ਕੋਈ ਮਤਲਬ ਨਹੀਂ ਹੈ। ਤੁਸੀਂ 12 ਸਾਲ ਦੇ ਚਾਈਲਡ ਇੱਥੇ ਬੈਠੇ ਹੋ ਸਕਦੇ ਆ, ਤੁਸੀਂ 14 ਸਾਲ ਦੇ ਟੀਨੇਜਰ, 15 ਸਾਲ ਦੇ ਤੁਸੀਂ ਹੋ ਸਕਦੇ ਆ, ਤੁਹਾਨੂੰ ਕੋਈ ਸੀਰੀਅਸ ਨਹੀਂ ਲੈ ਰਿਹਾ। ਪਰ ਪਰਮੇਸ਼ਰ ਸਿਰਫ ਚਾਲ ਦੇਖਦਾ, ਪਰਮੇਸ਼ਰ ਸਿਰਫ ਆਪਣੇ ਬੱਚੇ ਨੂੰ ਇੱਕ ਲਾਈਫ 'ਚ ਪੂਰਾ ਹੁੰਦਾ ਦੇਖਦਾ ਵਾ। ਤੇ ਮੈਂ ਤੁਹਾਨੂੰ ਦੱਸਦਾ, ਪਰਮੇਸ਼ਰ ਤੁਹਾਨੂੰ ਵੱਡੇ ਲੈਵਲ ਨਾਲ ਯੂਜ਼ ਕਰੇਗਾ। ਹਾਲੇਲੂਇਆ। एक और दिल खोल के हालेलुया कह दइए एक और। ओ हालेलुया। कुछ सेकंड गैर भाषा दिल खोल के प्रे करिए, गैर भाषा प्रे करिए। ए रोबो को तोलो मंथु ब्राकिशो खापा कातो माना शुमानी कातोलो मोसोम्ब्रो makate reko balam brakita la mantu brakisha kabatalo masundaraba rebona malabrakishandaraba kalaraba Sekora banama kalaraba shabro makatala manduria bakanama. Reko balam broko seketele menduria bakalaraba sondoro bokura bashandaraba. Thank you Lord Jesus. Permission that the worship that the mahima ho. Kabarakato kabatala mashantora bakatala masundara. Holy Ghost, Holy Ghost, Holy Ghost, Holy Ghost, Holy Ghost, Holy Ghost. Yes. रेडी रहिए जिन्होंने लोगों ने गैर भाषा नहीं पाया, जिन्होंने लोग गैर भाषा प्रे नहीं कर पा रहे, जिन्हें लोगों ने पवित्र आत्मा का बपतिस्मा नहीं पाया। रेडी रहिए, एक्सपेक्टेशन ना बैठिए। लास्टली प्रे च तुसी भरन जा रहे हैं गैर भाषा नाल। हालेलुया, हालेलुया। और परमेश्वर का वचन की कहंदा कि मैं अपने दास दे हाथ नू दृढ़ करिया, मैं उहदी बांह नू तकड़ाई देवांगा, ना कोई वैरी तो चट्टी लवेगा, ना दुष्ट दा पुत्र उन्हों औखिया करेगा। लब के मसा करेगा, तानू लब के उच्चा करेगा, लब के यूज करेगा, लब के तानू फिर तो खड़ा करेगा। हो हालेलुया। तुसी ओदे ना चलो और तुसी ओदियां निगाहां च गवाच जाओ, इहो जिहा ना कदी होया ना होवेगा। हालेलुया। ये हुंदा होगा किसी मुर्दा परमेश्वर दी वर्शिप करदियां, जदों जीवत परमेश्वर को आ गए ना, कहंदा मेरियां अखां धरती ते घुमदियां फिरदियां ने, मेरे लोकां नूं तकदियां ने, एक एक हंझू उन्हां दा मैं कुप्पी च पाउणा हां। हालेलुया, ओ हालेलुया। दाऊद कहंदा मैं जवान सा और बुढ़ा हो गया, पर मैं कदे भी किसी धर्मी नूं, परमेश्वर दे तालिब नूं ना मंगदियां देखिया, ना मंगदा देखांगा। हालेलुया, हालेलुया, ओ हालेलुया। परमेश्वर दा धर्मी जन। हालेलुया, हालेलुया। बस वधन दा सीक्रेट किया, जदों भी निंदिया होवे, की निंदिया करनी है, अगों निंदिया करनी असी भी की करना, प्रार्थना करनी। एक तुहानू सीक्रेट दसदा खुदा ने मेरे ते ज़ाहिर कीता सी, पुराने यतनामे च लिखिया सी अख दे वट्टे जान दे वट्टे, इदां ही सी ना पुराने यतनामे च। प्रभु ने किया कि मैं चेंज नहीं करना है, बल्कि की करना है, पूरा करना है। तो मैं एक दिन कुछ साल पहला प्रभु तो पूछना शुरू किया, प्रभु जी किस तरह। और तुसी देखो जदों एक जना उहदा कतल करदा सी, उन्हां दा फैमिली दा मैंबर जां जो लॉ से उहदे अकॉर्डिंग दूजा भी कतल हो जांदा सी। दो बंदे तो मर गए, की नफरत मरी, की बदला लैण दी भावना मरी, की घराणियां च मिलाप होया नहीं ना होया। प्रभु कहंदे मैं पूरा करना आ। मूसा दी शरह तुहाडी सखत दिली दा करके मिली सी, प्रभु ने इदां ही कहा ना, पर प्रभु कहंदे मैं पूरा करना आ। प्रभु ने की कीता आके, प्रभु कहंदा जेड़े तुहानू दुख दिंदे उन्हां लई की करो, प्रार्थना करो। कहंदा अपने जेड़े वैरियां नाल भी की करो, प्रेम करो। प्रभु कहूगा ओदे अंदरों तू उस बंदे नू जेड़ा नफरत ना और वैर विरोध ना भरिया, ओनू कतल कर दूंगा इदां करना। तो फिर शरह कित्थे सही पूरी हुई, मूसा वाली या यीशु मसीह वाली। हालेलुया, हालेलुया। पर एक समा वा, एक सीजन आ
ਤੁਹਾਨੂੰ ਅੱਜ ਨਹੀਂ ਬਦਲਦਾ ਲੱਗ ਰਿਹਾ ਕੋਈ? ਤੁਹਾਨੂੰ ਅੱਜ ਨਹੀਂ ਕਿਸੇ ਦੇ ਅੰਦਰੋਂ ਨਫ਼ਰਤ ਜਾਂਦੀ ਲੱਗ ਰਹੀ? ਤੁਹਾਨੂੰ ਅੱਜ ਨਹੀਂ ਕਿਸੇ ਦੇ ਅੰਦਰੋਂ ਨਫ਼ਰਤ ਦਾ ਬੰਦਾ ਕਤਲ ਹੁੰਦਾ ਨਜ਼ਰ ਨਹੀਂ ਆ ਰਿਹਾ? ਇਹ ਪ੍ਰੋਸੀਜਰ ਆ। ਤੁਹਾਨੂੰ ਵੀ ਝਾੜਨ ਮੇ ਵੀ ਬਣਨਾ ਪਵੇ, ਤੁਹਾਨੂੰ ਵੀ ਮੇ ਵੀ ਨਿੰਦਿਆ ਸਹਿਣੀ ਪਵੇ, ਔਰ ਮੇ ਵੀ ਨਹੀਂ, ਇਹ ਹੋਵੇਗਾ, ਲੰਘਣਾ ਪੈਂਦਾ ਵਾ। ਜੇ ਤੁਸੀਂ ਇਫੈਕਟੇਬਲ ਲਾਈਫ ਚਾਹੁੰਦੇ ਆ, ਜੇ ਤੁਸੀਂ ਸਾਮਰਥੀ ਲਾਈਫ ਚਾਹੁੰਦੇ ਆ, ਪਰ ਵਚਨ ਨੂੰ ਯਾਦ ਰੱਖਣਾ, ਕਹਿੰਦਾ ਮੈਂ ਲੱਭ ਕੇ ਮਸਾ ਕਰਨ ਵਾਲਾ ਪ੍ਰਭੂ ਆ। ਹਾਲੇਲੂਇਆ, ਲੱਭ ਕੇ। ਹਾਲੇਲੂਇਆ। ਮੈਂ ਜਿੰਨੀਆਂ ਵੀ ਬਿਗ ਮੀਟਿੰਗਾਂ ਅਟੈਂਡ ਕਰਦਾ ਵਾਂ, ਮੈਂ ਕਦੇ ਵੀ ਇਦਾਂ ਨਹੀਂ ਕਰਦਾ ਮੈਂ ਅੱਖਾਂ ਖੁੱਲੀਆਂ ਰੱਖਾਂ, ਜਿੱਥੇ ਪ੍ਰਭੂ ਨੇ ਕਿਹਾ ਹੋਵੇ ਅੱਖਾਂ ਨੂੰ ਬੰਦ ਕਰੋ, ਤਾਂ ਕਿ ਪ੍ਰਭੂ ਦੇ ਦਾਸ ਦੀ ਅਟੈਂਸ਼ਨ ਮੇਰੇ ਵੱਲ ਆਵੇ ਜਾਂ ਮੈਨੂੰ ਕੁਝ ਕਹਿ ਸਕਾਂ। ਮੈਂ ਅੱਖਾਂ ਬੰਦ ਕਰਕੇ ਪ੍ਰੇ ਕਰਦਾ ਹੁੰਦਾ ਕਿ ਲਾਰਡ ਤੂੰ ਲੱਭ ਕੇ ਕਰਦਾ ਵਾਂ, ਮੇਰਾ ਤੇਰੇ ਤੱਕ ਤਾਰ ਜੁੜ ਗਈ ਤੇ ਤੂੰ ਆਪਣੇ ਦਾਸ ਨੂੰ ਵੀ ਭੇਜ ਦਊਂਗਾ। ਹਾਲੇਲੂਇਆ। ਇਦਾਂ ਦੀ ਮੈਂਟੈਲਿਟੀ ਅੱਜ ਤੋਂ ਬਾਅਦ ਰੱਖੋਗੇ ਨਾ ਸਾਰੇ, ਸ਼ੱਕ ਨੂੰ ਕੱਢੋਗੇ ਨਾ ਬਾਹਰ, ਅਵਿਸ਼ਵਾਸ ਨੂੰ ਬਾਏ ਕਹਿ ਦੇਣਾ ਅੱਜ ਤੋਂ ਬਾਅਦ। ਅਵਿਸ਼ਵਾਸ ਦਾ ਆਤਮਾ ਬਹੁਤ ਡੇਂਜਰਸ ਆ। ਹਾਲੇਲੂਇਆ। ਆਓ ਖੜੇ ਹੋਵਾਂਗੇ, ਪ੍ਰਾਰਥਨਾ ਕਰਾਂਗੇ। ਹੁਣ ਪਤਾ ਲੱਗਾ ਪੌਲਸ ਕਿਉਂ ਬਲੈਸਫੁਲ ਸੀ, ਪੌਲਸ ਕਿਉਂ ਇਫੈਕਟੇਬਲ ਸੀ, ਪੌਲਸ ਕਿਉਂ ਅਸਰਦਾਰ ਸੀ, ਕਿਉਂਕਿ ਪੌਲਸ ਨੇ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ। ਤੁਹਾਡੇ ਨਾਲ ਹੋ ਸਕਦਾ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਚਾਰ ਕੀਤਾ, ਇੱਕ ਸਮਾਂ ਤੁਸੀਂ ਜਾਓ ਤੁਹਾਨੂੰ ਪੁੱਛਣ ਹੀ ਨਾ, ਫਿਰ ਕੀ ਲੜੋਗੇ ਉਹਨਾਂ ਨਾਲ? ਹਾਲੇਲੂਇਆ। ਮੇਰੀਆਂ ਗੱਲਾਂ ਨੂੰ ਕੌਣ ਰਿਸੀਵ ਕਰ ਰਿਹਾ, ਕੌਣ ਲੈ ਰਿਹਾ, ਕੌਣ ਸਿੱਖ ਰਿਹਾ? ਇਹ ਹੋ ਸਕਦਾ ਤੁਸੀਂ ਜਿਨ੍ਹਾਂ ਨੂੰ ਪ੍ਰਚਾਰ ਕੀਤਾ, ਜਿਹੜੇ ਤੁਹਾਡੇ ਦੁਆਰਾ ਬਚੇ ਹੋਣ, ਇੱਕ ਦਿਨ ਉਹ ਤੁਹਾਨੂੰ ਐਕਸੈਪਟ ਹੀ ਨਾ ਕਰਨ, ਕਿਤੇ ਤੁਸੀਂ ਜਾਓ, ਤੁਸੀਂ ਲੜੋਗੇ ਉਹਨਾਂ ਨਾਲ, ਫਿਰ ਸ਼ਰਾਪ ਦਓਗੇ ਉਹਨਾਂ ਨੂੰ, ਫਿਰ ਤੁਸੀਂ ਪੌਲਸ ਵਰਗੇ ਤੇ ਨਾ ਹੋਏ, ਫਿਰ ਉਹੋ ਜੀ ਸੇਵਕਾਈ ਤੇ ਨਾ ਹੋਈ। ਕੀ ਕਰੋਗੇ ਤੁਸੀਂ? ਲੰਘੋਗੇ ਉਸ ਪ੍ਰੋਸੀਜਰ ਚੋਂ, ਪ੍ਰਾਰਥਨਾ ਕਰੋਗੇ, ਪਿਆਰ ਚ ਬਣੇ ਰਹੋਗੇ। ਹਾਲੇਲੂਇਆ। ਤੇ ਫਿਰ ਅਨੋਇੰਟਿੰਗ ਬ੍ਰੇਕਸ ਦਾ ਯੋਕ, ਇਹੋ ਜਿਹਾ ਮੱਸਾ ਤੁਹਾਡੇ ਉੱਪਰ ਆਵੇਗਾ ਜਿਹੜਾ ਡਿਸਟਰੋਏ ਕਰੇਗਾ ਜੂਲੀਆਂ ਨੂੰ। ਹਾਲੇਲੂਇਆ। ਹੱਥਾਂ ਨੂੰ ਉਠਾ ਕੇ ਮੱਸੇ ਦੇ ਲਈ ਅੱਜ ਦੇ ਵਚਨ ਦਾ ਅੰਗੀਕਾਰ ਕਰੀਏ। ਜਿੰਨਾ ਵੀ ਵਚਨ ਤੁਸੀਂ ਸੁਣਿਆ ਇਹਦਾ ਅੰਗੀਕਾਰ ਕਰੀਏ। ਅੱਜ ਮਜ਼ਾ ਆ ਰਿਹਾ ਸਾਊਂਡ ਦੇ ਵਿੱਚ ਬੜਾ ਪ੍ਰੀਚ ਕਰਨ ਦਾ। ਖਾਪਾ ਖਾਪਾ ਤਾਲਾਬਾ ਸ਼ਾਮਾਰਾ ਕਤੋਲਾ ਬਸੰਦਾਰਾਬਾ ਸੇਹਾਬਾਰਾ ਸੋਮਬਰਾ ਕੀਸ਼ਾ ਕਤੋਲਾ ਮੰਧੂਰੀਆ ਬਕਾਲਾਰਾਬਾ ਰੇਹੋ ਬਲਾ ਬ੍ਰਾਕੀਸ਼ਾ ਲਾ ਮੰਧੂਰੀਆ ਬਕਾਨਾਮਾ सीखा बारा मानुला रबा शिब्रमी को चला मंजूरिया बाबा बाबा। करेंगे हम परस्ते दिल की गहराई से, करेंगे हम परस्ते। सैम ब्रदर